हाँ जी प्यारे बच्चों, सब तो पहला सब ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਲਵਿੰਦਰ ਸਿੰਘ ਸਰਾਂ, ਸਾਇੰਸ ਮਾਸਟਰ ਗਵਰਨਮੈਂਟ ਹਾਈ ਸਕੂਲ ਮਹੇਸ਼ਰੀ ਮੋਗਾ, ਬੀਐਮ ਸਾਇੰਸ ਮੋਗਾ। ਸੋ ਬੱਚਿਓ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਲਾਸ 10ਵੀਂ ਦਾ ਅਧਿਆਇ ਤੀਜਾ, ਧਾਤਾਂ ਅਤੇ ਆਧਾਤਾਂ, ਮੈਟਲਸ ਐਂਡ ਨਾਨ ਮੈਟਲਸ ਦੀ। ਇਹਦਾ ਬੇਟਾ ਤੁਸੀਂ ਪਹਿਲਾ ਭਾਗ ਪੜ੍ਹ ਚੁੱਕੇ ਹੋ। ਜਿਹੜਾ ਅੱਜ ਆਪਾਂ ਇਸ ਬਾਰੇ ਟੌਪਿਕ ਬਾਰੇ ਗੱਲ ਕਰਨੀ ਹੈ, ਉਸ ਟੌਪਿਕ ਦਾ ਨਾਮ ਹੈ ਧਾਤਾਂ ਦੇ ਪ੍ਰਾਪਤੀ ਸਥਾਨ ਅਤੇ ਖੋਰ। ਧਾਤਾਂ ਕਿੱਥੋਂ ਮਿਲਦੀਆਂ ਹਨ, ਖੋਰ ਕੀ ਹੁੰਦੀ ਹੈ, ਤਾਂ ਜਾਂ ਜਿਹੜੀ ਖੋਰ ਹੈਗੀ ਉਹਨੂੰ ਕਿਸ ਤਰ੍ਹਾਂ ਆਪਾਂ ਰੋਕ ਸਕਦੇ ਹਾਂ, ਇਸ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਸੋ ਬੱਚਿਓ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। ਹਾਂਜੀ, ਧਾਤਾਂ ਅਤੇ ਆਧਾਤਾਂ। ਬੇਟਾ ਜਦ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਜਿਹੜੀਆਂ ਧਾਤਾਂ ਤੇ ਧਾਤਾਂ ਹੁੰਦੀਆਂ ਉਹ ਆਪਾਂ ਨੂੰ ਮਿਲਦੀਆਂ ਕਿੱਥੋਂ ਆ, ਤਾਂ ਇਹਦੀਆਂ ਮੇਨ ਦੋ ਸਰੋਤ ਆਪਾਂ ਕਹਿ ਸਕਦੇ ਹਾਂ। ਸਭ ਤੋਂ ਪਹਿਲੀ ਸਰੋਤ ਬੇਟਾ ਜਿਹੜੀ ਹੈਗੀ ਆਪਣੇ ਕੋਲੇ, ਉਹ ਹੈ ਪ੍ਰਿਥਵੀ। ਮਤਲਬ ਜਿਹੜੀ ਪ੍ਰਿਥਵੀ ਦੀ ਪੇਪੜੀ ਹੁੰਦੀ ਹੈ ਨਾ, ਉਹਦੇ ਵਿੱਚੋਂ ਧਾਤਾਂ ਮਿਲਦੀਆਂ ਆਪਾਂ ਨੂੰ। ਪਰ ਜਿਹੜੀਆਂ ਉਹ ਧਾਤਾਂ ਮਿਲਦੀਆਂ ਉਹ ਸ਼ੁੱਧ ਰੂਪ ਦੇ ਵਿੱਚ ਨਹੀਂ ਹੁੰਦੀਆਂ। ਉਹ ਜਾਂ ਤਾਂ ਕਿਸੇ ਚੀਜ਼ ਨਾਲ ਜੁੜੀਆਂ ਹੁੰਦੀਆਂ, ਯੋਗਿਕ ਬਣਿਆ ਹੁੰਦਾ ਉਹਨਾਂ ਦਾ, ਸੁਤੰਤਰ ਰੂਪ ਦੇ ਵਿੱਚ ਬਹੁਤ ਹੀ ਘੱਟ ਧਾਤਾਂ ਆਪਾਂ ਨੂੰ ਮਿਲਦੀਆਂ। ਤੇ ਦੂਜਾ ਸਰੋਤ ਦੀ ਜੇ ਮੈਂ ਗੱਲ ਕਰਾਂ ਬੇਟਾ, ਤਾਂ ਉਹ ਹੈ ਆਪਣੇ ਕੋਲੇ ਸਮੁੰਦਰ। ਕੁਝ ਧਾਤਾਂ ਜਿਹੜੀਆਂ ਆਪਾਂ ਨੂੰ ਸਮੁੰਦਰ ਦੇ ਵਿੱਚੋਂ ਮਿਲਦੀਆਂ। ਤੇ ਜਿਵੇਂ ਮੈਂ ਉਹਦੀ ਗੱਲ ਕਰਾਂ, ਜਿਵੇਂ ਸੋਡੀਅਮ ਹੋ ਗਿਆ, ਮੈਗਨੀਸ਼ੀਅਮ ਹੋ ਗਿਆ। ਸੋਡੀਅਮ ਕਲੋਰਾਈਡ ਬਣਿਆ ਹੁੰਦਾ, ਮੈਗਨੀਸ਼ੀਅਮ ਕਲੋਰਾਈਡ, ਇਹ ਲੂਣ ਬਣ ਕੇ ਪਾਣੀ ਦੇ ਵਿੱਚ ਖੁਰੇ ਹੁੰਦੇ ਆ, ਸਮੁੰਦਰੀ ਪਾਣੀ ਦੇ ਵਿੱਚ। ਤਾਂ ਫਿਰ ਆਪਾਂ ਇਹਨਾਂ ਨੂੰ ਸਮੁੰਦਰ ਦੇ ਵਿੱਚੋਂ ਇਕੱਠਾ ਕਰਦੇ ਹਾਂ। ਤਾਂ ਬੇਟਾ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਧਾਤਾਂ ਦਾ ਪ੍ਰਾਪਤੀ ਸਥਾਨ ਕੀ ਹੈ। ਆਪਾਂ ਇਹਦੇ ਵਿੱਚ ਦੋ ਚੀਜ਼ਾਂ ਬਾਰੇ ਗੱਲ ਕੀਤੀ ਹੈ। ਹਾਂਜੀ ਬੇਟਾ, ਫਿਰ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਆਪਣੇ ਧਾਤਾਂ ਹੁੰਦੀਆਂ ਉਹ ਸੁਤੰਤਰ ਰੂਪ ਦੇ ਵਿੱਚ ਨਹੀਂ ਮਿਲਦੀਆਂ। ਉਹ ਜਾਂ ਤਾਂ ਕਿਸੇ ਚੀਜ਼ ਨਾਲ ਜੁੜੀਆਂ ਹੁੰਦੀਆਂ, ਕਿਸੇ ਹੋਰ ਆਧਾਤ ਨਾਲ ਜੁੜੀਆਂ ਹੋ ਸਕਦੀਆਂ, ਠੀਕ ਹੈ, ਜਿਹਨੂੰ ਆਪਾਂ ਯੋਗਿਕ ਕਹਿ ਦਿੰਦੇ ਆ ਉਹਨਾਂ ਦੇ, ਠੀਕ ਹੈ, ਸੁਤੰਤਰ ਰੂਪ 'ਚ ਆਪਾਂ ਨੂੰ ਨਹੀਂ ਮਿਲਦੀਆਂ। ਫਿਰ ਜਿਵੇਂ ਇਹ ਆਪਾਂ ਨੂੰ ਪ੍ਰਿਥਵੀ ਦੇ ਵਿੱਚੋਂ ਮਿਲਦੀਆਂ, ਠੀਕ ਹੈ, ਚਾਹੇ ਆਪਾਂ ਨੂੰ ਸੁਤੰਤਰ ਰੂਪ 'ਚ ਮਿਲ ਜਾਣ, ਚਾਹੇ ਆਪਾਂ ਨੂੰ ਕਿਸੇ ਯੋਗਕਾਂ ਦੇ ਰੂਪ ਦੇ ਵਿੱਚ ਮਿਲ ਜਾਣ, ਜਿਵੇਂ ਵੀ ਮਿਲਦੀਆਂ, ਤਾਂ ਉਸ ਚੀਜ਼ ਨੂੰ ਬੇਟਾ ਆਪਾਂ ਕੀ ਕਹਿੰਦੇ ਆ, ਖਣਿਜ। ਕੀ ਕਹਿੰਦੇ ਆ ਬੇਟਾ ਆਪਾਂ? ਖਣਿਜ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਮਿਨਰਲਸ। ਤੁਹਾਨੂੰ ਹੁਣ ਸਾਰਿਆਂ ਨੂੰ ਕਲੀਅਰ ਲੱਗ ਜਾਊਗਾ, ਪ੍ਰਿਥਵੀ ਦੀ ਪੇਪੜੀ ਵਿੱਚ ਕੁਦਰਤੀ ਤੌਰ ਤੇ ਮਿਲਣ ਵਾਲੇ ਤੱਤ ਜਾਂ ਯੋਗਕਾਂ ਨੂੰ ਖਣਿਜ ਆਖਦੇ ਹਨ। ਠੀਕ ਹੈ ਬੇਟਾ, ਸਾਰਿਆਂ ਨੂੰ ਕਲੀਅਰ ਹੋ ਗਿਆ ਖਣਿਜ ਬਾਰੇ? ਜਿਵੇਂ ਹੀ ਆਪਾਂ ਨੂੰ ਕੋਈ ਵੀ ਧਾਤ ਮਿੱਟੀ ਦੇ ਵਿੱਚੋਂ ਜਾਂ ਧਰਤੀ ਦੇ ਵਿੱਚੋਂ ਮਿਲਦੀ ਆ, ਜਿਵੇਂ ਵੀ ਮਿਲਦੀ ਆ ਆਪਾਂ ਨੂੰ ਕੁਦਰਤੀ ਤੌਰ ਤੇ, ਉਹ ਚੀਜ਼ ਕੀ ਹੁੰਦੀ ਆ ਆਪਣੇ ਕੋਲੇ? ਖਣਿਜ। ਹੁਣ ਗੱਲ ਆ ਗਈ ਬੇਟਾ ਆਪਣੇ ਕੋਲੇ ਕੱਚੀ ਧਾਤ ਦੀ। ਕੱਚੀ ਧਾਤ ਕੀ ਹੁੰਦੀ ਆ? ਹੁਣ ਦੇਖੋ ਬੇਟਾ, ਜਿਹੜੇ ਖਣਿਜ ਹੁੰਦੇ ਆ, ਠੀਕ ਹੈ, ਇਹ ਸਾਰੇ ਖਣਿਜ ਜਿਹੜੇ ਹੁੰਦੇ ਆ, ਇਹਨਾਂ ਦੇ ਵਿੱਚੋਂ ਆਪਾਂ ਜਿਹੜਾ ਹੈਗਾ ਮੈਟਲ ਨੂੰ ਜਾਂ ਆਪਣੀ ਧਾਤ ਨੂੰ ਅਲੱਗ ਨਹੀਂ ਕਰ ਸਕਦੇ। ਠੀਕ ਹੈ, ਕੁਝ ਖਣਿਜ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਧਾਤ ਦੀ ਪ੍ਰਤੀਸ਼ਤ ਜਾਂ ਮਾਤਰਾ ਕਾਫੀ ਵੱਧ ਹੁੰਦੀ ਹੈ, ਜਿਹਦੇ ਵਿੱਚੋਂ ਧਾਤ ਕਾਫੀ ਮਾਤਰਾ ਦੇ ਵਿੱਚ ਨਿਕਲਦੀ ਹੈ। ਠੀਕ ਹੈ, ਤੇ ਜਿਹਨੂੰ ਸੌਖੇ ਤਰੀਕੇ ਨਾਲ ਅਲੱਗ ਕੀਤਾ ਜਾ ਸਕਦਾ ਹੈ, ਉਸ ਚੀਜ਼ ਨੂੰ ਬੇਟਾ ਫਿਰ ਆਪਾਂ ਕੀ ਕਹਿੰਦੇ ਆ? ਕੱਚੀ ਧਾਤ, ਤੇ ਜਾਂ ਇੰਗਲਿਸ਼ ਦੇ ਵਿੱਚ ਆਪਾਂ ਨੂੰ ਕਹਿ ਦਿੰਦੇ ਆ ਔਰ। ਹੁਣ ਤਾਂ ਬੇਟਾ ਸਾਰਿਆਂ ਨੂੰ ਮੈਨੂੰ ਲੱਗਦਾ ਇੱਥੇ ਮਿਨਰਲ ਤੇ ਔਰ ਬਾਰੇ ਕਲੀਅਰ ਹੋ ਗਿਆ ਹੋਊਗਾ ਬੇਟਾ। ਬਹੁਤ ਇੰਪੋਰਟੈਂਟ ਕੁਐਸਚਨ ਵੀ ਆਪਾਂ ਨੂੰ ਆਉਂਦਾ ਹੁੰਦਾ, ਮਿਨਰਲਸ ਕੀ ਹਨ, ਖਣਿਜ ਕੀ ਆ, ਤੇ ਕੱਚੀ ਧਾਤ ਕੀ ਹੈ। ਹਾਂਜੀ ਬੱਚਿਓ, ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਧਾਤਾਂ ਦਾ ਨਿਸ਼ਕਰਸ਼ਣ, ਐਕਸਟ੍ਰੈਕਸ਼ਨ ਆਫ ਮੈਟਲਸ ਦੀ। ਇਹ ਗੱਲ ਕਰਨ ਤੋਂ ਪਹਿਲਾਂ ਬੇਟਾ ਤੁਸੀਂ ਇਸੇ ਚੈਪਟਰ ਦੇ ਵਿੱਚ ਜਿਹੜਾ ਤੁਸੀਂ ਪਹਿਲਾ ਭਾਗ ਵੀਡੀਓ ਦੇਖੀ ਹੋਊਗੀ, ਉਹਦੇ ਵਿੱਚ ਤੁਸੀਂ ਰਿਐਕਟੀਵਿਟੀ ਸੀਰੀਜ਼ ਬਾਰੇ ਗੱਲ ਕੀਤੀ ਹੋਣੀ ਹੈ। ਹਾਂਜੀ, ਕਿਰਿਆਸ਼ੀਲਤਾ ਲੜੀ ਬਾਰੇ। ਹਾਂਜੀ, ਕਿਰਿਆਸ਼ੀਲਤਾ ਲੜੀ, ਇਹਦੇ ਵਿੱਚ ਵੀ ਆਪਾਂ ਨੂੰ ਬੜੀ ਇੰਪੋਰਟੈਂਟ ਚੀਜ਼ ਦੱਸਦੀ ਹੈ। ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ, ਜਿਹੜੇ ਉੱਪਰ ਆਉਂਦੇ ਆ, ਜਿਵੇਂ ਸੋਡੀਅਮ, ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ ਦੀ ਗੱਲ ਕਰੀਏ, ਇਹ ਮੋਸਟ ਰਿਐਕਟਿਵ ਮੈਟਲ ਦੇ ਵਿੱਚ ਆ ਜਾਂਦੇ, ਜਿਨ੍ਹਾਂ ਦੀ ਕਿਰਿਆਸ਼ੀਲਤਾ ਬਹੁਤ ਜ਼ਿਆਦਾ ਹੁੰਦੀ ਹੈ। ਫਿਰ ਜਿਹੜੇ ਮੱਧ ਦੇ ਵਿੱਚ ਪਏ ਆ, ਜਿਵੇਂ ਜ਼ਿੰਕ ਤੋਂ ਲੈ ਕੇ ਆਪਾਂ ਕਾਪਰ ਤੱਕ ਗੱਲ ਕਰੀਏ, ਇਹ ਜਿਹੜੇ ਹੁੰਦੇ ਆ ਮੱਧ ਕਿਰਿਆਸ਼ੀਲ ਹੁੰਦੇ ਆ। ਤੇ ਜੇ ਉਦੋਂ ਥੱਲੜਿਆਂ ਦੀ ਗੱਲ ਕਰੀਏ, ਜਿਵੇਂ ਮਰਕਰੀ ਆ ਗਿਆ, ਸਿਲਵਰ ਆ ਗਿਆ, 골ਡ, ਇਹਨਾਂ ਦੀ ਕਿਰਿਆਸ਼ੀਲਤਾ ਸਭ ਤੋਂ ਘੱਟ ਹੁੰਦੀ ਹੈ। ਮਤਲਬ ਆਪਾਂ ਕਹਿ ਸਕਦੇ ਵੀ ਆਹ ਕਿਰਿਆਸ਼ੀਲ ਹੀ ਹੁੰਦੇ ਜਿਹੜੇ ਮਗਰਲੇ ਤਿੰਨ ਆਪਣੇ ਕੋਲ ਦਿੱਤੇ ਹੋਏ ਆ। ਤੇ ਹੁਣ ਇਹਨਾਂ ਦਾ ਕੀ ਲਿੰਕ ਬਣਦਾ ਆਪਣੇ ਨਾਲ, ਜਦੋਂ ਆਪਾਂ ਧਾਤਾਂ ਦਾ ਕੀ ਕਰਦੇ ਆ, ਪ੍ਰਾਪਤੀ ਸਥਾਨ ਜਾਂ ਧਾਤਾਂ ਦੇ ਨਿਸ਼ਕਰਸ਼ਣ ਬਾਰੇ ਗੱਲ ਕਰਦੇ ਆ, ਤਾਂ ਉਹਨਾਂ ਬਾਰੇ ਹੁਣ ਬੇਟਾ ਆਪਾਂ ਗੱਲ ਕਰਦੇ ਆ। ਹਾਂਜੀ, ਹੁਣ ਸਭ ਤੋਂ ਪਹਿਲਾਂ ਕੀ ਕਹਿੰਦੇ ਆ, ਕਹਿੰਦੇ ਘੱਟ ਕਿਰਿਆਸ਼ੀਲ ਧਾਤਾਂ ਸੁਤੰਤਰ ਰੂਪ ਵਿੱਚ ਮਿਲਦੀਆਂ ਹਨ। ਬੇਟਾ ਅੱਜ ਤੁਹਾਨੂੰ ਮੈਂ ਹੁਣ ਕਲੀਅਰਲੀ ਦੱਸ ਸਕਦੇ ਆ। ਹੁਣ ਜਿਹਦੀ ਕਿਰਿਆਸ਼ੀਲਤਾ ਹੀ ਹੈ ਨਹੀਂ, ਕਿਰਿਆਸ਼ੀਲ ਦਾ ਮਤਲਬ ਕੀ ਹੁੰਦਾ? ਕਿਸੇ ਦੂਜੀ ਚੀਜ਼ ਨਾਲ ਕਿਰਿਆ ਕਰਨ ਦੀ ਸ਼ਮਤਾ। ਮਤਲਬ ਜੇ ਹੁਣ ਉਹਨਾਂ ਨੂੰ ਆਪਾਂ ਲੜੀ ਦੇ ਵਿੱਚ ਸਭ ਤੋਂ ਐਂਡ ਤੇ ਰੱਖਿਆ, ਲਾਸਟ ਤੇ ਰੱਖਿਆ, ਇਹਦਾ ਮਤਲਬ ਉਹਨਾਂ ਦੀ ਜਿਹੜੀ ਕਿਰਿਆਸ਼ੀਲਤਾ ਸੀਗੀ ਉਹ ਕੀ ਸੀਗੀ? ਬਹੁਤ ਘੱਟ ਆ। ਜੇ ਉਹ ਘੱਟ ਆ ਤਾਂ ਉਹ ਕਿਸੇ ਦੇ ਨਾਲ ਕਿਰਿਆ ਕਰਦੇ ਹੀ ਨਹੀਂ, ਤਾਂ ਉਹ ਸੁਤੰਤਰ ਰੂਪ ਦੇ ਵਿੱਚ ਹੀ ਆਪਾਂ ਨੂੰ ਮਿਲਦੇ ਆ। ਤਾਂ ਇਹਦੇ ਵਿੱਚ ਆਪਣੇ ਕੋਲ ਐਗਜ਼ਾਮਪਲਸ ਆ ਜਾਂਦੀਆਂ
ਗੋਲਡ, ਸਿਲਵਰ ਅਤੇ ਪਲਾਟੀਨਮ, Ag ਜਾਂ ਜਿਹਨੂੰ ਆਪਾਂ Pt ਵੀ ਕਹਿ ਦਿੰਦੇ ਆ। ਫਿਰ ਜੇ ਆਪਾਂ ਸਿਲਵਰ ਦੀ ਗੱਲ ਕਰੀਏ, ਸਿਲਵਰ ਆਪਾਂ ਨੂੰ ਜਿਹੜਾ ਹੈਗਾ ਉਹ ਸਲਫਾਈਡ ਜਾਂ ਆਕਸਾਈਡ ਦੇ ਰੂਪ ਵਿੱਚ ਵੀ ਮਿਲਦਾ ਹੈ ਕਦੇ ਕਦੇ, ਮਤਲਬ ਜ਼ਰੂਰੀ ਨਹੀਂ ਵੀ ਹਰ ਵਾਰੀ। ਮੋਸਟਲੀ ਆਪਾਂ ਨੂੰ ਜਿਵੇਂ ਗੋਲਡ, ਸਿਲਵਰ ਤੇ ਪਲੈਟੀਨਮ ਹੋ ਗਿਆ, ਉਹ ਸੁਤੰਤਰ ਰੂਪ ਦੇ ਵਿੱਚ ਹੀ ਮਿਲਦੇ ਹਨ। ਠੀਕ ਹੈ। ਉਦੋਂ ਬਾਅਦ ਚੋਂ ਆ ਗਿਆ ਨੈਕਸਟ ਆਪਣੇ ਕੋਲੇ ਵੱਧ ਕ੍ਰਿਆਸ਼ੀਲਤਾ ਲੜੀ ਵਿੱਚ, ਜਿਨ੍ਹਾਂ ਦੀ ਕ੍ਰਿਆਸ਼ੀਲਤਾ ਜਿਹੜੀ ਹੈਗੀ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਦੇਖੋ, ਜੇ ਉਹਨਾਂ ਦੀ ਕ੍ਰਿਆਸ਼ੀਲਤਾ ਜ਼ਿਆਦਾ, ਤਾਂ ਓਬਵੀਅਸ ਆ ਵੀ ਉਹ ਤੁਹਾਨੂੰ ਕਦੇ ਵੀ ਸੁਤੰਤਰ ਰੂਪ ਦੇ ਵਿੱਚ ਨਹੀਂ ਮਿਲਣਗੇ। ਹਾਂਜੀ, ਉਹ ਕਦੇ ਵੀ ਆਪਾਂ ਨੂੰ ਸੁਤੰਤਰ ਰੂਪ ਦੇ ਵਿੱਚ ਨਹੀਂ ਮਿਲਦੇ। ਇਹ ਬੇਟਾ ਹਮੇਸ਼ਾ ਆਪਾਂ ਨੂੰ ਕਿਸੇ ਨਾ ਕਿਸੇ ਯੌਗਿਕ ਦੇ ਰੂਪ ਦੇ ਵਿੱਚ ਹੀ ਮਿਲਣਗੇ। ਜੇ ਆਪਾਂ ਪੋਟਾਸ਼ੀਅਮ ਦੀ ਗੱਲ ਕਰੀਏ, ਸੋਡੀਅਮ ਹਮੇਸ਼ਾ ਕਲੋਰਾਈਡ ਦੇ ਨਾਲ, ਜਿਵੇਂ ਮੈਂ ਕਹਿੰਦਾ ਸੀ ਸਮੁੰਦਰ ਸਰੋਤ ਹੁੰਦੀ ਹੈ। ਕੈਲਸ਼ੀਅਮ ਹੋ ਗਿਆ, ਮੈਗਨੀਸ਼ੀਅਮ ਹੋ ਗਿਆ ਜਾਂ ਅਲਮੀਨੀਅਮ ਹੋ ਗਿਆ। ਠੀਕ ਹੈ, ਇਹ ਕਦੇ ਵੀ ਆਪਾਂ ਨੂੰ ਸੁਤੰਤਰ ਰੂਪ ਦੇ ਵਿੱਚ ਨਹੀਂ ਮਿਲਦੇ। ਹੁਣ ਜੇ ਅੱਗੇ ਗੱਲ ਕਰੀਏ ਆਪਾਂ ਬੇਟਾ, ਅੱਗੇ ਆਪਣੇ ਕੋਲ ਹੈਗੀ ਆ ਮੱਧ ਕ੍ਰਿਆਸ਼ੀਲਤਾ, ਮਤਲਬ ਜਿਹੜੇ ਵਿਚਾਲੇ, ਮਤਲਬ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਲੜੀ ਦੇ ਵਿਚਾਲੇ ਹੁੰਦੇ ਆ ਵੱਧ ਕ੍ਰਿਆਸ਼ੀਲਤਾ ਵਾਲੇ। ਉਹ 'ਚ ਜਿਵੇਂ ਆ ਜਾਂਦੇ ਆਪਣੇ ਕੋਲੇ ਜ਼ਿੰਕ, ਆਇਰਨ, ਲੈਡ, ਕਾਪਰ। ਠੀਕ ਹੈ ਬੇਟਾ, ਹੁਣ ਇਹਨਾਂ ਦੀ ਨਾ ਤਾਂ ਕ੍ਰਿਆਸ਼ੀਲਤਾ ਮਤਲਬ ਬਹੁਤ ਜ਼ਿਆਦਾ ਹੁੰਦੀ ਆ, ਨਾ ਹੀ ਆਪਾਂ ਕਹਿ ਸਕਦੇ ਹਾਂ ਵੀ ਇਹ ਅਕ੍ਰਿਆਸ਼ੀਲ ਆ। ਇਸ ਕਰਕੇ ਇਹ ਆਪਾਂ ਨੂੰ ਮੁੱਖ ਤੌਰ ਤੇ ਨਾ ਸਲਫਾਈਡ, ਆਕਸਾਈਡ ਜਾਂ ਕਾਰਬੋਨੇਟਾਂ ਦੇ ਰੂਪ ਦੇ ਵਿੱਚ ਹੀ ਮਿਲਦੇ। ਮਤਲਬ ਜਾਂ ਤਾਂ ਇਹ ਸਲਫਰ ਦੇ ਨਾਲ ਜੁੜੇ ਹੋਣਗੇ, ਜਾਂ ਇਹ ਆਕਸੀਜਨ ਦੇ ਨਾਲ ਜੁੜੇ ਹੋਣਗੇ, ਜਾਂ ਇਹ ਕਾਰਬੋਨੇਟ ਦੇ ਰੂਪ ਵਿੱਚ ਆਪਾਂ ਨੂੰ ਮਿਲਦੇ ਆ। ਤਾਂ ਬੇਟਾ ਇੱਥੇ ਤੁਹਾਨੂੰ ਕਲੀਅਰਲੀ ਪਤਾ ਲੱਗ ਗਿਆ ਹੋਣਾ ਵੀ ਜਿਹੜੀ ਆਪਾਂ ਕ੍ਰਿਆਸ਼ੀਲਤਾ ਲੜੀ ਪੜ੍ਹੀ ਆ, ਉਹਦੇ ਵਿੱਚ 3 ਤਰ੍ਹਾਂ ਦੇ ਆਪਾਂ ਪੜ੍ਹ ਚੁੱਕੇ ਆ। ਇੱਕ ਜਿਹੜੇ ਸਭ ਤੋਂ ਵੱਧ ਕ੍ਰਿਆਸ਼ੀਲ ਆ, ਦੂਜੇ ਜਿਹੜੇ ਵਿਚਾਲੇ ਆਏ ਸੀਗੇ ਉਹ ਮੱਧ ਕ੍ਰਿਆਸ਼ੀਲਤਾ ਵਾਲੇ, ਤੇ ਜਿਹੜੇ ਸਭ ਤੋਂ ਲਾਸਟ ਸੀ ਜਿਹੜੇ ਅਕ੍ਰਿਆਸ਼ੀਲੀ ਆਪਾਂ ਕਹਿੰਦੇ ਸੀਗੇ, ਤੇ ਉਹ ਆਪਾਂ ਨੂੰ ਕਿਹੜੇ ਰੂਪ ਦੇ ਵਿੱਚ ਮਿਲਦੇ ਨੇ। ਹਾਂਜੀ ਬੱਚਿਓ, ਕ੍ਰਿਆਸ਼ੀਲਤਾ ਲੜੀ ਬਾਰੇ ਪਤਾ ਲੱਗਣ ਤੋਂ ਬਾਅਦ ਆਪਾਂ ਅੱਗੇ ਕਰਨ ਲੱਗੇ ਆ ਕੱਚੀ ਧਾਤਾਂ ਦਾ ਸੰਘਣਾਪਨ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿ ਦਿੰਦੇ ਆ ਐਨਰਿਚਮੈਂਟ ਆਫ ਓਰਸ। ਹੁਣ ਬੇਟਾ ਜਦੋਂ ਆਪਾਂ ਗੱਲ ਕੀਤੀ ਸੀ ਵੀ ਇਹ ਆਪਾਂ ਨੂੰ ਧਰਤੀ ਦੇ ਵਿੱਚ ਕਦੇ ਵੀ ਸ਼ੁੱਧ ਰੂਪ ਦੇ ਵਿੱਚ ਨਹੀਂ ਮਿਲਦੇ, ਇਹਦਾ ਮਤਲਬ ਕੀ ਆ, ਉਹ 'ਚ ਅਸ਼ੁੱਧੀਆਂ ਹੋਣਗੀਆਂ। ਹੁਣ ਉਹ ਅਸ਼ੁੱਧੀਆਂ ਮਿੱਟੀ, ਰੇਤ, ਜਿਨ੍ਹਾਂ ਨੂੰ ਬੇਟਾ ਆਪਾਂ ਕੀ ਕਹਿੰਦੇ ਆ, ਗੈਂਗ ਪਾਰਟੀਕਲਸ ਕਹਿ ਦਿੰਦੇ ਆ। ਠੀਕ ਹੈ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਕੀ ਕਹਿੰਦੇ ਆ, ਗੈਂਗ, ਦਾ ਇੰਗਲਿਸ਼ ਦੇ ਵਿੱਚ ਉਹਨੂੰ ਗੈਂਗ ਪਾਰਟੀਕਲਸ ਕਹਿ ਦਿੰਦੇ ਆ। ਠੀਕ ਹੈ, ਹੁਣ ਗੈਂਗ ਪਾਰਟੀਕਲਸ ਕੀ ਹੁੰਦੇ ਹਨ, ਜਿਹੜੀਆਂ ਧਾਤਾਂ ਦੇ ਨਾਲ, ਜਿਵੇਂ ਮਿੱਟੀ ਹੋ ਗਈ, ਰੇਤ, ਇਹਨਾਂ ਵਰਗੀਆਂ ਅਸ਼ੁੱਧੀਆਂ ਨਾਲ ਲੱਗੀਆਂ ਹੁੰਦੀਆਂ ਹਨ, ਉਸ ਚੀਜ਼ ਨੂੰ ਬੇਟਾ ਆਪਾਂ ਕੀ ਕਹਿੰਦੇ ਆ, ਗੈਂਗ ਪਾਰਟੀਕਲ। ਫਿਰ ਐਨਰਿਚਮੈਂਟ ਆਫ ਓਰ ਜਾਂ ਕੱਚੀ ਧਾਤ ਦਾ ਸੰਘਣਾਪਨ ਦਾ ਮਤਲਬ ਕੀ ਹੈ, ਵੀ ਜਿਹੜੀਆਂ ਇਹਦੇ ਵਿੱਚ ਅਸ਼ੁੱਧੀਆਂ ਉਹ ਆਪਾਂ ਕੀ ਕਰਨੀਆਂ, ਦੂਰ। ਫਿਰ ਉਹ ਦੂਰ ਕਿੱਦਾਂ ਕੀਤੀਆਂ ਜਾ ਸਕਦੀਆਂ, ਤਾਂ ਵੀ ਦੇਖੋ ਬੇਟਾ, ਗੈਂਗ ਨੂੰ ਵੱਖ ਕਰਨ ਦੀ ਪ੍ਰਕਿਰਿਆ ਕੱਚੀ ਧਾਤ ਦੇ ਭੌਤਿਕ ਜਾਂ ਰਸਾਇਣਿਕ ਗੁਣਾਂ ਉੱਪਰ ਆਧਾਰਿਤ ਹੁੰਦੀ ਹੈ। ਮਤਲਬ ਜਿਹੜੀ ਆਪਾਂ ਕੱਚੀ ਧਾਤ ਲੈ ਕੇ ਚੱਲੇ ਆ, ਉਹਦੇ ਭੌਤਿਕ ਗੁਣ ਜਾਂ ਰਸਾਇਣਿਕ ਗੁਣਾਂ ਨੂੰ ਦੇਖ ਕੇ ਆਪਾਂ ਉਹਦੇ ਉੱਤੇ ਕੋਈ ਨਾ ਕੋਈ ਟੈਕਨੀਕ ਲਗਾਉਂਦੇ ਆ, ਜਿਹਦੇ ਨਾਲ ਜਿਹੜੀਆਂ ਗੈਂਗ ਪਾਰਟੀਕਲਸ ਹੈਗੇ ਆ ਉਹ ਕੀ ਹੋ ਜਾਂਦੇ ਆ, ਮਤਲਬ ਆਪਣੀ ਧਾਤ ਤੋਂ ਵੱਖ ਕੀਤੇ ਜਾਂਦੇ ਆ। ਤੇ ਜੇ ਉਹਦੇ ਤੋਂ ਦੇਖੋ ਹੁਣ ਅਸ਼ੁੱਧੀਆਂ ਖਤਮ ਹੋ ਗਈਆਂ, ਤਾਂ ਆਪਣੇ ਕੋਲੇ ਕੀ ਰਹੀ, ਇਕੱਲੀ ਧਾਤ ਰਹਿ ਗਈ। ਤਾਂ ਇਹਦਾ ਮਤਲਬ ਕੀ ਆ, ਉਹ ਧਾਤ ਦਾ ਸੰਘਣਾਪਨ ਹੋ ਗਿਆ। ਤਾਂ ਤੁਸੀਂ ਥੱਲੇ ਇੱਕ ਡਾਇਗਰਾਮ ਦੇਖ ਰਹੇ ਹੋ ਬੇਟਾ, ਤਾਂ ਉਹਦੇ ਵਿੱਚ ਦੇਖੋ ਆਪਾਂ ਕੀ ਕੀਤਾ, ਇੱਕ ਰੋਲਰ ਲੱਗਿਆ ਹੋਇਆ, ਉਹ ਰੋਲਰ ਦੇ ਵਿੱਚ ਦੇਖੋ ਇੱਕ M ਲਿਖਿਆ ਹੋਇਆ, M ਨੂੰ ਉਹਨੇ ਮੈਗਨੈਟਿਕ ਰੋਲਰ ਲਿਖਿਆ, ਮਤਲਬ ਇਹਦੇ ਵਿੱਚ ਕੀ ਹੈ, ਇੱਕ ਚੁੰਬਕ ਲੱਗਿਆ ਹੋਇਆ। ਠੀਕ ਹੈ, ਤੇ ਜਿਹੜੀ ਆਪਾਂ ਇਹਦੇ ਵਿੱਚ ਦੇਖੋ ਇੱਕ ਆਹ ਫਨਲ ਟਾਈਪ ਆਪਣੇ ਕੋਲੇ ਕੀਪ, ਠੀਕ ਹੈ, ਉਹਦੇ ਵਿੱਚ ਇੱਕ ਪਾਊਡਰਡ ਓਰ ਪਾਉਣੇ ਪਏ ਆ। ਠੀਕ ਹੈ, ਇਹ ਜਸਟ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸ ਰਿਹਾ ਵੀ ਗੈਂਗ ਪਾਰਟੀਕਲਸ ਨੂੰ ਆਪਾਂ ਕਿੱਦਾਂ ਅਲੱਗ ਕਰਦੇ ਆ। ਤਾਂ ਇਹਦੇ ਵਿੱਚ ਜਿਹੜੀ ਪਾਊਡਰ ਓਰ ਆ, ਉਹ ਆਪਾਂ ਕਾਹਦੀ ਪਾਈ ਆ, ਲੋਹੇ ਦੀ। ਮਤਲਬ ਜਿਹੜਾ ਲੋਹਾ ਹੈਗਾ, ਲੋਹਾ ਜਿਵੇਂ ਆਪਾਂ ਨੂੰ ਧਰਤੀ ਦੇ ਵਿੱਚੋਂ ਮਿਲਿਆ, ਠੀਕ ਹੈ, ਕੱਚੀ ਧਾਤ ਲੋਹੇ ਦੀ ਜਿਹੜੀ ਆਪਾਂ ਨੂੰ ਮਿਲੀ ਆ, ਉਹ ਆਪਾਂ ਇਹਦੇ ਵਿੱਚ ਪਾਈ, ਤਾਂ ਉਹ ਦੇਖੋ ਰੋਲਰ ਦੇ ਉੱਪਰ ਚੱਲਣਾ ਸ਼ੁਰੂ ਕਰ ਦਿੰਦੀ ਹੈ। ਹੁਣ ਆਪਾਂ ਨੂੰ ਇਹ ਚੀਜ਼ ਵੀ ਪਤਾ, ਜਿਹੜੀ ਮਿੱਟੀ ਹੋ ਗਈ ਜਾਂ ਰੇਤ ਹੋ ਗਈ, ਉਹ ਮੈਗਨੇਟ ਦੇ ਨਾਲ ਨਹੀਂ ਜੁੜਦੀ, ਮਤਲਬ ਮੈਗਨੇਟ ਉਹਨਾਂ ਨੂੰ ਆਪਦੇ ਵੱਲ ਨਹੀਂ ਖਿੱਚਦਾ, ਪਰ ਕਿਹਨੂੰ ਖਿੱਚਦਾ, ਲੋਹੇ ਨੂੰ ਖਿੱਚੂਗਾ, ਆਇਰਨ ਨੂੰ ਖਿੱਚੂਗਾ। ਤਾਂ ਦੇਖੋ ਤਾਂ ਕੀ ਹੋਇਆ, ਜਦੋਂ ਉਹ ਰੋਲਰ ਤੋਂ ਨੀਚੇ ਆਉਣ ਲੱਗੇ, ਤਾਂ ਜਿਹੜੀ ਮੈਗਨੈਟਿਕ ਓਰ ਸੀਗੀ, ਮਤਲਬ ਜਿਹੜੀ ਆਪਣੀ ਲੋਹੇ ਦੀ ਧਾਤ ਸੀਗੀ, ਉਹ ਅੱਡ ਆ ਗਈ, ਦੇਖੋ ਇਧਰਲੇ ਪਾਸੇ, ਤੇ ਜਿਹੜੀ ਆਪਣੇ ਕੋਲੇ ਮਿੱਟੀ ਸੀਗੀ ਉਹ ਇੱਥੇ ਆਪਣੇ ਕੋਲੇ ਅੱਡ ਆਉਣ ਲੱਗੀ। ਮਤਲਬ ਇਹੋ ਜਿਹੀਆਂ ਵੱਖ-ਵੱਖ ਤਕਨੀਕਾਂ ਹੁੰਦੀਆਂ। ਮੈਂ ਇਹਦੇ ਵਿੱਚ ਜਿਹੜੀ ਗੱਲ ਕੀਤੀ ਹੈ ਬੇਟਾ, ਉਹ ਕਾਹਦੀ ਕੀਤੀ ਹੈ, ਮੈਂ ਸਿਰਫ ਲੋਹੇ ਬਾਰੇ ਗੱਲ ਕੀਤੀ ਸੀ, ਤਾਂ ਕਿ ਤੁਹਾਨੂੰ ਪਤਾ ਲੱਗ ਜੇ। ਇਹਦੇ ਵਿੱਚ ਹੁਣ ਜਿਵੇਂ ਆਪਾਂ ਕੋਈ ਹੋਰ ਧਾਤ ਲੈ ਕੇ ਚੱਲਦੇ ਹਾਂ, ਉਹਨਾਂ ਦੀਆਂ ਅੱਡ ਟੈਕਨੀਕਸ ਹੁੰਦੀਆਂ, ਵੀ ਕਿੱਦਾਂ ਆਪਾਂ ਉਹਦੇ ਵਿੱਚ ਕੀ ਕਰਦੇ ਹਾਂ, ਕੱਚੀ ਧਾਤ ਦਾ ਸੰਘਣਾਪਨ ਕਰਦੇ ਹਾਂ। ਤਾਂ ਬੇਟਾ ਮੈਨੂੰ ਲੱਗਦਾ ਆਪਾਂ ਨੂੰ ਇੱਥੇ ਗੈਂਗ ਪਾਰਟੀਕਲਸ ਬਾਰੇ, ਕਿਵੇਂ ਉਹਨਾਂ ਨੂੰ ਅਲੱਗ ਕਰਦੇ ਆ, ਉਹਨਾਂ ਬਾਰੇ ਸਾਰੇ ਬੱਚਿਆਂ ਨੂੰ ਕਲੀਅਰਲੀ ਪਤਾ ਲੱਗ ਗਿਆ ਹੋਊਗਾ। ਕੱਚੀ ਧਾਤ ਦਾ ਸੰਘਣਾਪਨ ਕਰਨ ਤੋਂ ਬਾਅਦ
ਹੁਣ ਜਿਹੜਾ ਆਪਾਂ ਅਗਲਾ ਕੰਮ ਕਰਨ ਲੱਗੇ ਆ ਬੱਚੇ, ਉਹ ਹੈਗਾ ਆਪਣੇ ਕੋਲੇ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਹੇਠਾਂ ਆਉਣ ਵਾਲੀਆਂ ਧਾਤਾਂ ਦਾ ਨਿਸ਼ਕਰਸ਼ਣ। ਮਤਲਬ ਹੁਣ ਆਪਾਂ ਤਿੰਨਾਂ ਪਾਰਟਾਂ 'ਚ ਡਿਵਾਈਡ ਕਰਾਂਗੇ ਇਹਨਾਂ ਨੂੰ। ਸਭ ਤੋਂ ਜਿਹੜੀਆਂ ਨੀਚੇ ਆਉਂਦੀਆਂ ਆਪਣੇ ਕੋਲ ਜਿਹੜੀਆਂ ਆ ਕਿਰਿਆਸ਼ੀਲ ਧਾਤਾਂ ਸੀਗੀਆਂ ਆਪਣੇ ਕੋਲੇ, ਇੱਕ ਮੱਧ ਕਿਰਿਆਸ਼ੀਲ ਸੀਗੀਆਂ, ਇੱਕ ਅਤੀ ਕਿਰਿਆਸ਼ੀਲ ਸੀਗੀਆਂ। ਉਹਨਾਂ ਤਿੰਨਾਂ ਬਾਰੇ ਹੁਣ ਆਪਾਂ ਅੱਡ ਡਿਸਕਸ਼ਨ ਕਰਾਂਗੇ। ਤੇ ਇਹਨਾਂ ਤੋਂ ਪਹਿਲਾਂ ਆਪਾਂ ਹੁਣ ਕੀ ਕਰ ਚੁੱਕੇ ਆ, ਆਪਾਂ ਧਾਤਾਂ ਦਾ ਸੰਘਣਾਪਨ ਕਰ ਚੁੱਕੇ ਆ, ਕੱਚੀ ਧਾਤਾਂ। ਹੁਣ ਆਹ ਕਿਰਿਆਸ਼ੀਲ ਲੜੀ ਵਿੱਚ ਸਭ ਤੋਂ ਹੇਠਾਂ ਆਉਣ ਵਾਲੀਆਂ ਧਾਤਾਂ ਦਾ ਨਿਸ਼ਕਰਸ਼ਣ ਕਿਵੇਂ ਕਰਦੇ ਆ? ਤਾਂ ਜਿਵੇਂ ਤੁਹਾਨੂੰ ਪਤਾ ਜਿਹੜੀਆਂ ਸਭ ਤੋਂ ਨੀਚੇ ਹੁੰਦੀਆਂ ਉਹ ਤਕਰੀਬਨ ਕੀ ਸੀਗੀਆਂ ਆਪਣੇ ਕੋਲੇ, ਆਹ ਕਿਰਿਆਸ਼ੀਲ ਹੀ ਸੀਗੀਆਂ, ਮਤਲਬ ਕਿਸੇ ਨਾਲ ਕਿਰਿਆ ਨਹੀਂ ਕਰਦੀਆਂ, ਜਾਂ ਆਪਾਂ ਕਹਿ ਸਕਦੇ ਹਾਂ ਵੀ ਉਹ ਆਪਾਂ ਨੂੰ ਮੋਸਟਲੀ ਸੁਤੰਤਰ ਰੂਪ ਦੇ ਵਿੱਚ ਹੀ ਮਿਲਦੀਆਂ ਸੀਗੀਆਂ। ਪਰ ਕੁਝ ਧਾਤਾਂ ਜਿਹੜੀਆਂ ਹੈਗੀਆਂ ਆਪਣੇ ਕੋਲੇ ਵਿੱਚ, ਜਿਵੇਂ ਆਪਣੇ ਕੋਲੇ HgS ਲਿਖਿਆ ਹੋਇਆ, ਜਿਹਨੂੰ ਆਪਾਂ ਸਿੰਨਾ ਬਾਰ ਕਹਿੰਦੇ ਆ, ਠੀਕ ਹੈ। ਇਹ ਕੀ ਹੈ? ਇਹ ਇੱਕ ਮਰਕਰੀ ਦੀ ਕੱਚੀ ਧਾਤ ਆ। ਇਸ ਨੂੰ ਅਲੱਗ ਕਰਨਾ ਬੜਾ ਸਿੰਪਲ ਆ। ਇਹਨੂੰ ਜਸਟ ਆਪਾਂ ਹੀਟ ਹੀ ਕਰਦੇ ਹਾਂ, ਜਸਟ ਗਰਮ ਕਰ ਦੋ ਇਹਨੂੰ ਹਵਾ ਦੇ ਵਿੱਚ, ਤਾਂ ਕੀ ਹੁੰਦਾ ਆਪਣੇ ਕੋਲੇ, ਇਹ ਚ ਆਪਣੇ ਕੋਲੇ ਕੀ ਬਣਦਾ ਬੇਟਾ? ਤਾਂ ਆਪਣੇ ਕੋਲੇ ਚ ਮਰਕਿਊਰਿਕ ਆਕਸਾਈਡ ਪਲੱਸ ਸਲਫਰ ਡਾਈਆਕਸਾਈਡ। ਫਿਰ ਜਿਹੜੀ HgO ਬਣ ਗਈ, ਮਰਕਿਊਰਿਕ ਆਕਸਾਈਡ ਬਣ ਗਈ, ਉਹਨੂੰ ਜੇ ਫਿਰ ਆਪਾਂ ਹੋਰ ਜ਼ਿਆਦਾ ਹੀਟ ਕਰਦੇ ਆ ਤਾਂ ਦੇਖੋ ਬੇਟਾ 2Hg ਲਿਖਿਆ ਹੋਇਆ ਮੇਰੀ ਸੈਕਿੰਡ ਰਿਐਕਸ਼ਨ ਦੇ ਵਿੱਚ, ਲਿਕੁਇਡ ਫਾਰਮ ਦੇ ਵਿੱਚ ਆਪਣੇ ਕੋਲੇ ਮਰਕਰੀ ਜਿਹੜੀ ਹੈਗੀ ਉਹ ਬਿਲਕੁਲ ਅਲੱਗ ਹੋ ਜਾਂਦੀ, ਕੱਲੀ ਮਰਕਰੀ ਧਾਤ ਰਹਿ ਜਾਂਦੀ ਆ। ਆਕਸੀਜਨ ਜਿਹੜੀ ਹੈਗੀ ਆ ਉਹ ਗੈਸ ਬਣ ਕੇ ਹਵਾ ਦੇ ਵਿੱਚ ਉੱਡ ਜਾਂਦੀ ਹੈ। ਤਾਂ ਇੱਥੇ ਆਪਾਂ ਕੀ ਕਰ ਲਿਆ, ਕੱਚੀ ਧਾਤ ਕੀ ਸੀ ਆਪਣੇ ਕੋਲੇ? ਸਿੰਨਾਬਾਰ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ ਮਰਕਿਊਰਿਕ ਸਲਫਾਈਡ। ਉਹਨੂੰ ਪਹਿਲਾਂ ਆਪਾਂ ਆਕਸੀਜਨ ਦੇ ਨਾਲ ਹੀਟ ਕੀਤਾ ਤਾਂ ਉਹ ਕੀ ਬਣ ਗਈ ਆਪਣੇ ਕੋਲੇ? ਮਰਕਿਊਰਿਕ ਆਕਸਾਈਡ ਬਣ ਗਈ, ਤੇ ਸਲਫਰ ਡਾਈਆਕਸਾਈਡ ਗੈਸ ਹਵਾ ਦੇ ਵਿੱਚ ਉੱਡ ਗਈ। ਫਿਰ ਜਿਹੜੀ HgO ਬਣਿਆ ਸੀ ਆਪਣੇ ਕੋਲੇ, ਮਰਕਿਊਰਿਕ ਆਕਸਾਈਡ ਬਣੀ ਸੀ, ਉਹਨੂੰ ਫਿਰ ਜਦੋਂ ਆਪਾਂ ਹੀਟ ਕੀਤਾ ਤਾਂ ਮਰਕਰੀ ਅਲੱਗ ਹੋ ਗਈ ਤੇ ਆਕਸੀਜਨ ਕੀ ਹੋ ਗਈ ਬੇਟਾ ਆਪਣੇ ਕੋਲੇ? ਅਲੱਗ ਹੋ ਗਈ। ਮਤਲਬ ਇਹਨਾਂ ਨੂੰ ਸਿੰਪਲ ਗਰਮ ਕਰਨ ਤੇ ਹੀ ਆਪਾਂ ਕੀ ਕਰ ਸਕਦੇ ਹਾਂ, ਕੱਚੀ ਧਾਤ ਤੋਂ ਆਪਣੀ ਜਿਹੜੀ ਧਾਤ ਹੈਗੀ ਆ ਉਹ ਬਣਾ ਸਕਦੇ ਹਾਂ। ਇਸੇ ਤਰ੍ਹਾਂ ਆਪਣੇ ਕੋਲ ਜਿਹੜੀ ਅਗਲੀ ਐਗਜ਼ਾਮਪਲ ਹੈਗੀ ਆ ਉਹ ਹੈਗੀ ਆਪਣੇ ਕੋਲੇ ਕਾਪਰ ਦੀ। ਕਾਪਰ ਜਿਹੜਾ ਹੈਗਾ ਉਹ ਸਲਫਾਈਡ ਦੇ ਰੂਪ ਦੇ ਵਿੱਚ ਵੀ ਆਪਾਂ ਨੂੰ ਮਿਲਦਾ, Cu2S ਜਿਹਨੂੰ ਆਪਾਂ ਕਹਿ ਦਿੰਦੇ ਆ। ਦੇਖੋ ਉਹਨੂੰ ਵੀ ਆਪਾਂ ਕੀ ਕੀਤਾ, ਆਕਸੀਜਨ ਦੇ ਨਾਲ ਹੀਟ ਕਰਨਾ ਸ਼ੁਰੂ ਕਰਤਾ ਤਾਂ ਆਪਣੇ ਕੋਲੇ ਕੀ ਬਣ ਗਿਆ? Cu2O, ਠੀਕ ਹੈ। ਆਪਣੇ ਕੋਲੇ ਬਣ ਜਾਂਦਾ ਕਿਊਪਰਸ ਆਕਸਾਈਡ ਬਣ ਜਾਂਦਾ, ਠੀਕ ਹੈ। ਕਿਊਪਰਸ ਆਕਸਾਈਡ ਪਲੱਸ ਸਲਫਰ ਡਾਈਆਕਸਾਈਡ ਜਿਹੜੀ ਹੈਗੀ ਆ ਉਹ ਹਵਾ ਦੇ ਵਿੱਚ ਉੱਡ ਜਾਂਦੀ ਆ। ਹੁਣ ਜਿਹੜਾ Cu2O ਬਣਿਆ ਉਹਨੂੰ ਫਿਰ ਮੈਂ ਕੀ ਕੀਤਾ, ਹੀਟ ਕੀਤਾ, ਠੀਕ ਹੈ। ਕਾਹਦੇ ਨਾਲ? Cu2S ਦੇ ਨਾਲ ਹੀ, ਕਿਊਪਰਸ ਸਲਫਾਈਡ ਦੇ ਨਾਲ ਹੀ। ਤਾਂ ਫਿਰ ਕੀ ਬਣਿਆ ਮੇਰੇ ਕੋਲ? ਦੇਖੋ ਤੁਸੀਂ ਧਿਆਨ ਨਾਲ ਦੇਖੋ, ਕਾਪਰ ਬਣ ਗਿਆ, ਕਾਪਰ ਪਲੱਸ ਸਲਫਰ ਡਾਈਆਕਸਾਈਡ। ਇਹਦਾ ਮਤਲਬ ਕੀ ਹੈ, ਜਿਹੜੀਆਂ ਘੱਟ ਕਿਰਿਆਸ਼ੀਲ, ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਤਕਰੀਬਨ ਆ ਕਿਰਿਆਸ਼ੀਲ ਸੀਗੀਆਂ ਆਪਣੇ ਕੋਲੇ ਧਾਤਾਂ, ਉਹਨਾਂ ਨੂੰ ਸਿੰਪਲ ਹੀਟ ਕਰਨ ਤੇ ਹੀ ਆਪਾਂ ਕੀ ਕਰ ਸਕਦੇ ਹਾਂ, ਉਹਨਾਂ ਨੂੰ ਅਲੱਗ ਕਰ ਸਕਦੇ ਹਾਂ। ਜਿਵੇਂ ਮਰਕਰੀ ਨੂੰ ਆਪਾਂ ਅਲੱਗ ਕਰ ਲਿਆ ਤੇ ਕਾਪਰ ਨੂੰ ਆਪਾਂ ਅਲੱਗ ਕਰ ਲਿਆ। ਤਾਂ ਬੇਟਾ ਤੁਹਾਨੂੰ ਇੱਥੋਂ ਤੱਕ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਜਿਹੜੇ ਸਭ ਤੋਂ ਹੇਠਾਂ ਆਉਂਦੇ ਆ ਉਹਨਾਂ ਨੂੰ ਅਲੱਗ ਕਰਨ ਦਾ ਤਰੀਕਾ ਕੀ ਹੈ। ਹੁਣ ਆਪਾਂ ਨੈਕਸਟ ਕਰਨ ਲੱਗੇ ਹਾਂ। ਹਾਂਜੀ, ਹੁਣ ਕਿਰਿਆਸ਼ੀਲਤਾ ਲੜੀ ਵਿੱਚ ਮੱਧ ਵਿੱਚ ਆਉਣ ਵਾਲੀਆਂ ਧਾਤਾਂ ਦਾ ਨਿਸ਼ਕਰਸ਼ਣ। ਹੁਣ ਜਿਹੜੀਆਂ ਮੱਧ ਦੇ ਵਿੱਚ ਆਉਂਦੀਆਂ, ਜਿਵੇਂ ਆਪਾਂ ਬੇਟਾ ਪਹਿਲਾਂ ਹੀ ਗੱਲ ਕੀਤੀ ਸੀ, ਇਹ ਧਾਤਾਂ ਆਮ ਕਰਕੇ ਆਪਾਂ ਨੂੰ ਸਲਫਾਈਡਾਂ ਜਾਂ ਕਾਰਬੋਨੇਟਾਂ ਦੇ ਰੂਪ ਦੇ ਵਿੱਚ ਹੀ ਮਿਲਦੀਆਂ। ਕੀਤੀ ਸੀ ਨਾ ਗੱਲ ਇਹ ਆਪਾਂ? ਹਾਂਜੀ, ਤੇ ਕਹਿੰਦੇ ਸਲਫਾਈਡ ਜਾਂ ਕਾਰਬੋਨੇਟ ਦੀ ਤੁਲਨਾ ਵਿੱਚ ਧਾਤ ਨੂੰ ਉਸ ਦੀ ਆਕਸਾਈਡ ਤੋਂ ਪ੍ਰਾਪਤ ਕਰਨਾ ਸੌਖਾ ਹੁੰਦਾ ਹੈ। ਮਤਲਬ ਜੇ ਆਪਣੇ ਕੋਲੇ ਮੰਨ ਲਓ ਇੱਕ ਸਲਫਾਈਡ ਪਈ ਆ ਧਾਤ, ਤੇ ਇੱਕ ਆਪਣੇ ਕੋਲ ਜਿਹੜੀ ਕੱਚੀ ਧਾਤ ਆ ਕਾਹਦੀ ਹੈ? ਕਾਰਬੋਨੇਟ ਦੀ ਆ। ਤੇ ਇਹਨਾਂ ਦੇ ਵਿੱਚੋਂ ਆਪਾਂ ਧਾਤ ਨੂੰ ਅਲੱਗ ਕਰਨਾ ਨਾ, ਤਾਂ ਇਹਦਾ ਸੌਖਾ ਤਰੀਕਾ ਕੀ ਹੈ? ਇਹਨਾਂ ਦੋਨਾਂ ਨੂੰ ਪਹਿਲਾਂ ਕਾਹਦੇ ਵਿੱਚ ਕਨਵਰਟ ਕਰ ਲਈਏ ਆਪਾਂ? ਆਕਸਾਈਡ ਦੇ ਵਿੱਚ, ਕਿਉਂਕਿ ਆਕਸਾਈਡ ਤੋਂ ਧਾਤ ਨੂੰ ਅਲੱਗ ਕਰਨਾ ਕੀ ਹੋ ਜਾਂਦਾ? ਬੜਾ ਸੌਖਾ ਹੋ ਜਾਂਦਾ। ਤਾਂ ਫਿਰ ਜਿਹੜੇ ਸਲਫਾਈਡ ਆ ਜਾਂ ਜਿਹੜੇ ਕਾਰਬੋਨੇਟ ਆ, ਉਹਨੂੰ ਫਿਰ ਆਪਾਂ ਆਕਸਾਈਡ ਕਿਵੇਂ ਬਣਾਉਂਦੇ ਆ, ਉਹਦੀ ਬਾਰੇ ਆਪਾਂ ਗੱਲ ਕਰਨ ਲੱਗੇ ਆ। ਹਾਂਜੀ, ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਆਪਣਾ ਭੁੰਨਣ, ਜਾਂ ਜਿਹਨੂੰ ਭੁੰਨਣਾ ਵੀ ਕਹਿ ਦਿੰਦੇ ਆ ਆਪਾਂ, ਜਿਹਨੂੰ ਇੰਗਲਿਸ਼ ਦੇ ਵਿੱਚ ਬੇਟਾ ਆਪਾਂ ਕੀ ਕਹਿੰਦੇ ਆ? ਰੋਸਟਿੰਗ। ਹੁਣ ਮੈਂ ਤੁਹਾਨੂੰ ਡੈਫੀਨੇਸ਼ਨ ਦੱਸਣ ਜਾ ਰਿਹਾ, ਰੋਸਟਿੰਗ ਕੀ ਹੁੰਦੀ ਹੈ। ਕਿਸੇ ਵੀ ਕੱਚੀ ਧਾਤ ਨੂੰ ਆਕਸੀਜਨ ਦੀ, ਹਵਾ ਦੀ ਮੌਜੂਦਗੀ ਦੇ ਵਿੱਚ ਗਰਮ ਕਰਨਾ। ਮੈਂ ਇੱਕ ਚੀਜ਼ ਤੇ ਬੜੇ ਧਿਆਨ ਨਾਲ ਸੁਣਨੀ ਆ ਤੁਸੀਂ, ਮੈਂ ਕੀ ਕਿਹਾ? ਹਵਾ ਦੀ ਮੌਜੂਦਗੀ ਦੇ ਵਿੱਚ ਗਰਮ ਕਰਨਾ। ਤੇ ਹਵਾ ਦੇ ਵਿੱਚ ਕੀ ਹੁੰਦਾ? ਆਕਸੀਜਨ। ਦੇਖੋ ਮੈਂ ਕੀ ਲਿਆ? ZnS, ਜ਼ਿੰਕ ਸਲਫਾਈਡ, ਇੱਕ ਕੱਚੀ ਧਾਤ ਆ ਮੇਰੇ ਕੋਲ ਜਿਹਨੂੰ ਮੈਂ ਆਕਸੀਜਨ ਦੇ ਨਾਲ, ਮਤਲਬ ਕੀ ਆ, ਹਵਾ ਦੀ ਮੌਜੂਦਗੀ ਦੇ ਵਿੱਚ ਗਰਮ ਕਰਨ ਲੱਗਾ। ਤਾਂ ਦੇਖੋ ਜਿਹੜੀ ਆ ਸਲਫਾਈਡ ਸੀ ਉਹ ਕੀ ਬਣ ਗਿਆ? ਆਕਸਾਈਡ ਨਹੀਂ ਬਣ ਗਈ। ਦੇਖੋ ਜ਼ਿੰਕ ZnO ਬਣ ਗਿਆ, ਮਤਲਬ ਇੱਕ ਆਕਸਾਈਡ ਬਣ ਗਈ। ਤਾਂ ਉੱਪਰ ਆਪਾਂ ਆਹੀ ਗੱਲ ਕਰਕੇ ਆਏ ਆ ਵੀ ਸਲਫਾਈਡ ਦੀ ਜਗ੍ਹਾ ਤੇ ਜੇ ਆਪਣੇ ਕੋਲੇ ਆਕਸਾਈਡ ਹੋਵੇ, ਉਹਦੇ ਤੋਂ ਧਾਤ ਪ੍ਰਾਪਤ ਕਰਨੀ ਕੀ ਹੁੰਦੀ ਹੈ?
ਸੌਖਾ ਹੁੰਦਾ ਹੈ। ਇਸੇ ਕਰਕੇ ਆਪਾਂ ਰੋਸਟਿੰਗ ਕਰਨ ਦੇ ਨਾਲ ਜਾਂ ਭੁੰਨਣ ਦੇ ਨਾਲ ਕੀ ਕੀਤਾ, ਆਕਸੀਜਨ ਦੀ ਮੌਜੂਦਗੀ ਦੇ ਵਿੱਚ ਕੱਚੀ ਧਾਤ ਨੂੰ ਗਰਮ ਕਰਨ ਤੇ ਆਪਾਂ ਉਹਨੂੰ ਕੀ ਬਣਾ ਲਿਆ, ਉਹਦਾ ਆਕਸਾਈਡ ਬਣਾ ਲਿਆ। ਕੀ ਬਣ ਗਿਆ ਆਪਣੇ ਕੋਲੇ, ਜ਼ਿੰਕ ਆਕਸਾਈਡ ਪਲੱਸ ਸਲਫਰ ਡਾਈਆਕਸਾਈਡ। ਸਲਫਰ ਡਾਈਆਕਸਾਈਡ ਗੈਸ ਬਣੀ ਆ, ਗੈਸ ਜਿਹੜੀ ਹੈਗੀ ਉਹ ਹਵਾ ਦੇ ਵਿੱਚ ਉੱਡ ਜੂਗੀ ਤੇ ਆਪਣੇ ਕੋਲੇ ਸਿਰਫ ਕੀ ਰਹਿ ਜਾਊਗਾ, ਜ਼ਿੰਕ ਆਕਸਾਈਡ। ਤੇ ਹੁਣ ਜੇ ਆਪਾਂ ਗੱਲ ਕਰੀਏ ਅਗਲੀ ਕਾਰਬੋਨੇਟ ਦੀ, ਉਹਦਾ ਆਪਣੇ ਕੋਲ ਕੀ ਆ ਜਾਂਦਾ, ਭਸਮੀਕਰਨ, ਜਿਹਨੂੰ ਆਪਾਂ ਕੈਲਸੀਨੇਸ਼ਨ ਵੀ ਕਹਿੰਦੇ ਆ। ਹੁਣ ਭਸਮੀਕਰਨ ਜਾਂ ਕੈਲਸੀਨੇਸ਼ਨ ਕੀ ਹੈ, ਹੁਣ ਭਸਮੀਕਰਨ ਕੀ ਹੈ, ਕਿਸੇ ਵੀ ਕੱਚੀ ਧਾਤ ਨੂੰ ਗਰਮ ਕਰਨਾ, ਪਰ ਗਰਮ ਕਰਨਾ ਬਿਨਾ ਹਵਾ ਦੀ ਮੌਜੂਦਗੀ, ਮਤਲਬ ਉਤੇ ਹਵਾ ਦੀ ਮੌਜੂਦਗੀ ਜ਼ਿਆਦਾ ਬਹੁਤ ਹੀ ਘੱਟ ਹੁੰਦੀ ਹੈ, ਮਤਲਬ ਤਕਰੀਬਨ ਨਾ ਬਰਾਬਰ ਹੀ ਹੁੰਦੀ ਹੈ ਆਪਣੇ ਕੋਲੇ, ਉਸ ਚੀਜ਼ ਨੂੰ ਬੇਟਾ ਆਪਾਂ ਕੀ ਕਹਿੰਦੇ ਆ, ਭਸਮੀਕਰਨ। ਤਾਂ ਹੁਣ ਇੱਥੇ ਤੁਸੀਂ ਹੁਣ ਦੋਨਾਂ ਦੇ ਵਿੱਚ ਡਿਫਰੈਂਸ ਦੇਖ ਲਓ, ਭੁੰਨਣਾ ਰੋਸਟਿੰਗ ਜਾਂ ਭਸਮੀਕਰਨ ਦੇ ਡਿਫਰੈਂਸ ਕੀ ਆ। ਭੁੰਨਣਾ ਦੇ ਵਿੱਚ ਕੀ ਕਰਦੇ ਆ ਆਪਾਂ, ਕੱਚੀ ਧਾਤ ਨੂੰ ਆਕਸੀਜਨ ਦੀ ਮੌਜੂਦਗੀ ਦੇ ਵਿੱਚ ਗਰਮ ਕਰਦੇ ਆ। ਭਸਮੀਕਰਨ ਜਾਂ ਕੈਲਸੀਨੇਸ਼ਨ ਦੇ ਵਿੱਚ ਆਪਾਂ ਕੀ ਕਰਦੇ ਆ, ਕੱਚੀ ਧਾਤ ਨੂੰ ਹਵਾ ਦੀ ਗੈਰ ਮੌਜੂਦਗੀ ਦੇ ਵਿੱਚ, ਮਤਲਬ ਆਕਸੀਜਨ ਇੱਥੇ ਆਪਾਂ ਨਹੀਂ ਲੈਣੀ, ਉਹਦੀ ਗੈਰ ਮੌਜੂਦਗੀ ਦੇ ਵਿੱਚ ਗਰਮ ਕਰਦੇ ਆ। ਤਾਂ ਦੇਖੋ ਫਿਰ ਜ਼ਿੰਕ ਕਾਰਬੋਨੇਟ, ਜ਼ਿੰਕ ਕਾਰਬੋਨੇਟ ਨੂੰ ਜਦੋਂ ਆਪਾਂ ਹਵਾ ਦੀ ਗੈਰ ਮੌਜੂਦਗੀ ਦੇ ਵਿੱਚ ਕੀ ਕਰਦੇ ਪਏ ਆ, ਗਰਮ ਕਰਦੇ ਆ, ਤਾਂ ਉਹ ਕੀ ਬਣਦਾ, ਜ਼ਿੰਕ ਆਕਸਾਈਡ। ਦੇਖੋ ਇੱਥੇ ਵੀ ਬਣ ਗਈ ਨਾ ਆਕਸਾਈਡ ਆਪਣੇ ਕੋਲੇ, ਪਲੱਸ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਆ ਉਹ ਹਵਾ ਦੇ ਵਿੱਚ ਕੀ ਹੋ ਜਾਂਦੀ ਆ, ਉੱਡ ਜਾਂਦੀ ਆ, ਗੈਸ ਹੁੰਦੀ ਆ। ਤਾਂ ਆਪਣੇ ਕੋਲੇ ਦੇਖੋ, ਚਾਹੇ ਆਪਾਂ ਉਹਦੀ ਰੋਸਟਿੰਗ ਕੀਤੀ ਆ, ਚਾਹੇ ਆਪਾਂ ਉਹਦੀ ਕੈਲਸੀਨੇਸ਼ਨ ਕੀਤੀ ਆ, ਤਾਂ ਆਪਣੇ ਕੋਲੇ ਕੀ ਬਣ ਗਿਆ ਪ੍ਰੋਡਕਟ, ਜ਼ਿੰਕ ਆਕਸਾਈਡ ਤੇ ਜ਼ਿੰਕ ਆਕਸਾਈਡ। ਤੇ ਆਪਾਂ ਸੈਕਿੰਡ ਲਾਈਨ ਦੇ ਵਿੱਚ ਆਹੀ ਕਹਿ ਕੇ ਆਏ ਸੀਗੇ ਵੀ ਸਲਫਾਈਡ ਜਾਂ ਕਾਰਬੋਨੇਟ ਦੀ ਜਗ੍ਹਾ ਜੇ ਆਪਾਂ ਆਕਸਾਈਡ ਹੋਵੇ ਤਾਂ ਉਹ ਤੋਂ ਧਾਤ ਪ੍ਰਾਪਤ ਕਰਨੀ ਕੀ ਹੁੰਦੀ ਆ, ਸੌਖੀ ਹੁੰਦੀ ਆ। ਤਾਂ ਵੇਖੋ ਫਿਰ ਕੀ ਬਣ ਗਿਆ ਆਪਣੇ ਕੋਲੇ, ਜ਼ਿੰਕ ਆਕਸਾਈਡ ਬਣ ਗਿਆ ਦੋਨਾਂ ਦੇ ਵਿੱਚ। ਹੁਣ ਜਿਹੜੇ ਆ ਦੋਨੋਂ ਜ਼ਿੰਕ ਆਕਸਾਈਡ ਬਣ ਗਏ, ਮਤਲਬ ਜਿਹੜੀ ਆਕਸਾਈਡ ਬਣ ਗਈ ਉਹਨੂੰ ਕੀ ਕਰੋ, ਕਾਰਬਨ ਦੇ ਨਾਲ ਗਰਮ ਕਰਨਾ ਸ਼ੁਰੂ ਕਰ ਦਿਓ। ਹੁਣ ਕਾਰਬਨ ਦਾ ਕੰਮ ਕੀ ਹੈ ਇੱਥੇ, ਕਾਰਬਨ ਇੱਕ ਲਘੂ ਕਾਰਕ ਆ। ਲਘੂ ਕਾਰਕ ਮਤਲਬ ਜਿਹੜਾ ਕਿਸੇ ਦੂਜੇ ਤੋਂ ਆਕਸੀਜਨ ਨੂੰ ਖੋਹ ਲੇ, ਮਤਲਬ ਜਿਹੜੀ ਦੇ ਕੋਲੇ ਆਕਸੀਜਨ ਪਈ ਆ, ਕਾਰਬਨ ਉਹ ਤੋਂ ਆਕਸੀਜਨ ਖੋਹ ਕੇ ਆਪਦੇ ਨਾਲ ਲੈ ਲੇ। ਦੇਖੋ ਤੁਸੀਂ ਆ ਰਿਐਕਸ਼ਨ ZNO ਨੇ ਕੀ ਕੀਤਾ, ਰਿਐਕਟ ਕੀਤਾ ਕਾਰਬਨ ਦੇ ਨਾਲ, ਤਾਂ ਬਚਿਆ ਕੀ ਆਪਣੇ ਕੋਲੇ ਬਾਅਦ ਚੋਂ ਪ੍ਰੋਡਕਟ ਕੀ ਬਣ ਗਿਆ, ਜ਼ਿੰਕ ਕੱਲਾ ਤੇ ਕਾਰਬਨ ਮੋਨੋਆਕਸਾਈਡ। ਕਾਰਬਨ ਮੋਨੋਆਕਸਾਈਡ ਗੈਸ ਆ, ਗੈਸ ਹਵਾ ਦੇ ਵਿੱਚ ਉੱਡ ਜੂਗੀ ਆਪਣੇ ਕੋਲੇ, ਤਾਂ ਸਿਰਫ ਕੀ ਬਚ ਗਿਆ ਆਪਣੇ ਕੋਲੇ, ਜ਼ਿੰਕ ਬਚ ਗਿਆ। ਤਾਂ ਬੇਟਾ ਹੁਣ ਇਸ ਰਿਐਕਸ਼ਨ ਨੂੰ ਕੀ ਕਹਿੰਦੇ ਆ, ਇਹ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਆ। ਜਿਹੜੀ ਚੀਜ਼ ਜਾਂ ਜਿਹੜਾ ਆਪਣੇ ਕੋਲੇ ਕੈਮੀਕਲ ਆਕਸੀਜਨ ਨੂੰ ਕੀ ਕਰੇ, ਖੋਹ ਲੇ ਕਿਸੇ ਤੋਂ ਤੇ ਆਪ ਲੈ ਲੇ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਲਘੂਕਰਨ ਜਾਂ ਰਿਡਕਸ਼ਨ। ਮਤਲਬ ਇਹ ਜਿਹੜੀ ਆਪਣੇ ਕੋਲੇ ਕਿਰਿਆ ਹੋਈ ਆ, ਇਹ ਰਿਡਕਸ਼ਨ ਹੋਈ ਆ। ਕਾਰਬਨ ਨੇ ਕੀ ਕੀਤਾ, ਕਾਰਬਨ ਨੇ ਜਿਹੜੀ ਆਕਸਾਈਡ ਜ਼ਿੰਕ ਦੀ ਆਪਾਂ ਉੱਪਰ ਬਣਾਈ ਸੀ ਭਸਮੀਕਰਨ ਕਰਕੇ ਜਾਂ ਭੁੰਨਣ ਕਰਕੇ, ਤਾਂ ਉਹਦੇ 'ਚ ਜਿਹੜੀ ਆਕਸਾਈਡ ਸੀਗੀ ਉਹ ਕਾਰਬਨ ਨੇ ਆਪ ਲੈ ਲਈ, ਤੇ ਆਪ ਕਾਰਬਨ ਕੀ ਬਣ ਗਿਆ, ਕਾਰਬਨ ਮੋਨੋਆਕਸਾਈਡ, ਤੇ ਆਪਣੇ ਕੋਲੇ ਇਕੱਲੀ ਕੀ ਬਚ ਗਈ, ਇੱਕ ਧਾਤ ਬਚ ਗਈ ਜਿਹਦਾ ਨਾਂ ਕੀ ਹੈ, ਜ਼ਿੰਕ। ਤਾਂ ਇਸੇ ਤਰ੍ਹਾਂ ਆਪਾਂ ਕੀ ਕਰਦੇ ਹਾਂ, ਜਿਹੜੀਆਂ ਦੀ ਕਿਰਿਆਸ਼ੀਲਤਾ ਮੱਧ ਵਿੱਚ ਆਉਂਦੀਆਂ, ਮਤਲਬ ਜਿਹੜੀਆਂ ਧਾਤਾਂ ਮੱਧ ਕਿਰਿਆਸ਼ੀਲਤਾ ਲੜੀ ਵਿੱਚ ਮੱਧ ਵਿੱਚ ਆਉਂਦੀਆਂ, ਵਿਚਾਲੇ ਆਉਂਦੀਆਂ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅਲੱਗ ਕੀਤਾ ਜਾਂਦਾ ਹੈ। ਤਾਂ ਬੇਟਾ ਆਪਾਂ ਹੁਣ ਦੋ ਪੜ੍ਹ ਲਏ ਆ। ਪਹਿਲਾ ਕਿਹੜਾ ਸੀਗਾ, ਜਿਹਦੇ ਵਿੱਚ ਆਪਣੀ ਕਿਰਿਆਸ਼ੀਲਤਾ ਬਹੁਤ ਘੱਟ ਹੁੰਦੀ ਆ, ਉਹਨਾਂ ਨੂੰ ਸਿੰਪਲ ਗਰਮ ਕਰਨ ਤੇ ਹੀ ਹੋ ਗਿਆ ਸੀਗਾ। ਤੇ ਜਿਨ੍ਹਾਂ ਦੀ ਮੱਧ ਵਿੱਚ ਹੁੰਦੀ ਆ, ਉਹਦੇ ਵਿੱਚ ਆਪਾਂ ਹੁਣ ਕੁਝ ਨਵਾਂ ਸਿੱਖਿਆ। ਨਵਾਂ ਕੀ ਸਿੱਖਿਆ ਆਪਾਂ, ਭੁੰਨਣ, ਭਸਮੀਕਰਨ ਤੇ ਲਘੂਕਰਨ ਕਰਕੇ ਆਪਾਂ ਇਹਨਾਂ ਨੂੰ ਕੀ ਕਰ ਸਕਦੇ ਹਾਂ, ਅਲੱਗ ਕਰ ਸਕਦੇ ਹਾਂ। ਹਾਂਜੀ ਬੇਟਾ, ਅੱਗੇ ਆਪਣੇ ਕੋਲੇ ਆ ਜਾਂਦਾ, ਹੁਣ ਆਪਾਂ ਦੋਵਾਂ ਬਾਰੇ ਗੱਲ ਕਰ ਚੁੱਕੇ ਹਾਂ। ਤੀਜਾ ਕਿਹੜੇ ਰਹਿ ਗਏ ਸੀ ਆਪਣੇ ਕੋਲੇ, ਜਿਹੜੇ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਉੱਪਰ ਪਏ ਆ, ਉੱਪਰ ਪਈਆਂ ਧਾਤਾਂ। ਹੁਣ ਜਿਹੜੀਆਂ ਸਭ ਤੋਂ ਉੱਪਰ ਪਈਆਂ, ਜਿਹਦੇ 'ਚ ਆਪਣੇ ਕੋਲੇ ਸੋਡੀਅਮ ਸੀਗਾ, ਮੈਗਨੀਸ਼ੀਅਮ ਸੀਗਾ, ਕੈਲਸ਼ੀਅਮ, ਅਲਮੀਨੀਅਮ, ਇਹਨਾਂ ਨੂੰ ਆਪਾਂ ਬੇਟਾ ਅਲੱਗ ਕਰਨ ਦਾ ਤਰੀਕਾ ਹੈਗਾ ਬਿਜਲਈ ਅਪਘਟਨ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਇਲੈਕਟ੍ਰੋਲਾਈਸਿਸ। ਹੁਣ ਇਹਨੂੰ ਆਪਾਂ ਕਿਸ ਤਰ੍ਹਾਂ ਕਰਦੇ ਆ, ਤਾਂ ਤੁਸੀਂ ਆਹ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਆਪਾਂ ਕੀ ਲਿਆ, ਇੱਕ ਬੀਕਰ ਲਿਆ, ਬੀਕਰ ਦੇ ਵਿੱਚ ਇੱਕ ਘੋਲ ਪਾਇਆ ਹੋਇਆ। ਹੁਣ ਉਹ ਘੋਲ ਕਾਹਦਾ, ਇਹਦੇ ਵਿੱਚ ਆਪਾਂ ਉਹ ਘੋਲ ਲੈ ਕੇ ਚੱਲੇ ਆ ਕਾਹਦਾ, ਮੋਲਟਨ NaCl, ਮਤਲਬ ਪਿਘਲਿਆ ਹੋਇਆ ਸੋਡੀਅਮ ਕਲੋਰਾਈਡ। ਜਿਹੜਾ ਸੋਡੀਅਮ ਕਲੋਰਾਈਡ ਪਿਘਲਿਆ ਹੋਇਆ ਹੁੰਦਾ ਨਾ, ਉਹ ਟੁੱਟ ਜਾਂਦਾ ਕਾਹਦੇ ਵਿੱਚ, Na ਪੋਜ਼ਿਟਿਵ ਤੇ Cl ਨੈਗੇਟਿਵ ਆਇਨ ਦੇ ਵਿੱਚ। ਤਾਂ ਤੁਸੀਂ ਇਹ 'ਚ ਦੋ ਰੋਡਸ ਦੇਖ ਰਹੇ ਹੋ, ਇੱਕ ਨੂੰ ਨੈਗੇਟਿਵ ਚਾਰਜ ਲੱਗਿਆ ਹੋਇਆ, ਦੂਜੀ ਨੂੰ ਕਿਹੜਾ ਚਾਰਜ ਲੱਗਿਆ ਹੋਇਆ, ਪੋਜ਼ਿਟਿਵ ਚਾਰਜ ਲੱਗਿਆ ਹੋਇਆ। ਠੀਕ ਹੈ, ਇਹਨੂੰ ਜਦੋਂ ਜਿਹੜਾ ਘੋਲ ਨੂੰ ਇਹਨਾਂ ਇਲੈਕਟ੍ਰੋਡਸ ਨੂੰ, ਠੀਕ ਹੈ, ਇੱਕ ਐਨੋਡ ਆ, ਨੈਗੇਟਿਵ ਨੂੰ ਐਨੋਡ ਕਹਿੰਦੇ ਆ ਆਪਾਂ, ਪੋਜ਼ਿਟਿਵ ਨੂੰ ਕੀ ਕਹਿੰਦੇ ਆ, ਕੈਥੋਡ ਕਹਿੰਦੇ ਆ। ਜਦੋਂ ਇਹਨੂੰ ਆਪਾਂ ਮੋਲਟਨ NaCl ਦੇ ਵਿੱਚ, ਪਿਘਲੇ ਹੋਏ NaCl ਦੇ ਘੋਲ ਵਿੱਚ ਪਾਉਂਦੇ ਆ, ਤਾਂ ਕੀ ਹੁੰਦਾ, ਇਹਦੇ 'ਚ ਬੈਟਰੀ ਅਪਲਾਈ ਕਰਦੇ ਆ ਬਾਹਰ, ਤਾਂ Na ਪੋਜ਼ਿਟਿਵ, ਸੋਡੀਅਮ ਦੇ ਉੱਪਰ ਚਾਰਜ ਕਿਹੜਾ, ਪੋਜ਼ਿਟਿਵ। ਜੇ ਉਹਦੇ ਕੋਲੇ ਪੋਜ਼ਿਟਿਵ ਚਾਰਜ ਆ, ਤਾਂ
ਆਪਾਂ ਨੂੰ ਕਲੀਅਰ ਆ ਵੀ ਉਹ ਕਿਹੜੇ ਚਾਰਜ ਵੱਲ ਜਾਊਗਾ, ਨੈਗੇਟਿਵ ਵਾਲੇ ਪਾਸੇ ਜਾਊਗਾ। ਕਿਹੜੇ ਪਾਸੇ ਜਾਊਗਾ? ਉਹ ਨੈਗੇਟਿਵ ਵਾਲੇ ਪਾਸੇ ਜਾਊਗਾ। ਤਾਂ ਨੈਗੇਟਿਵ ਕੋਲੇ ਆ ਕੇ ਸੋਡੀਅਮ ਕੀ ਕਰਦਾ, ਇੱਕ ਇਲੈਕਟ੍ਰੋਨ ਗੇਨ ਕਰ ਲੈਂਦਾ। ਗੇਨ ਕਰਨ ਤੋਂ ਬਾਅਦ ਉਹ ਕੀ ਬਣ ਜਾਂਦਾ, ਸੋਡੀਅਮ ਸੋਲਿਡ ਫਾਰਮ 'ਚ ਬਣ ਜਾਂਦਾ। ਤਾਂ ਇਹਦਾ ਮਤਲਬ ਕੀ ਹੈ, ਜਿਹੜੀ ਆ ਰੋਡ ਆ ਨਾ, ਇਹਦੇ ਰੋਡ ਦੇ ਉੱਪਰ ਜਿਹੜਾ ਸੋਡੀਅਮ ਆ ਉਹ ਜੰਮਣਾ ਸ਼ੁਰੂ ਹੋ ਜਾਂਦਾ। ਉਸੇ ਤਰ੍ਹਾਂ ਹੁਣ ਜਿਹੜਾ Cl ਆ, ਆਹ ਪੋਜ਼ਿਟਿਵ ਆਪਣੇ ਕੋਲੇ, ਕੈਥੋਡ ਦੇ ਤੇ ਚਾਰਜ ਕਿਹੜਾ ਹੁੰਦਾ, ਪੋਜ਼ਿਟਿਵ। ਜਿਹੜੀ ਕਲੋਰੀਨ ਆ ਉਹ ਨੈਗੇਟਿਵ ਚਾਰਜ ਕਿਹਦੇ ਕੋਲੇ ਜਾਣਾ ਸ਼ੁਰੂ ਕਰ ਦਿੰਦਾ, ਉਹ ਕੈਥੋਡ ਕੋਲੇ ਜਾਣਾ ਸ਼ੁਰੂ ਕਰ ਦਿੰਦਾ। ਕੈਥੋਡ ਕੋਲੇ ਜਾ ਕੇ ਕਲੋਰੀਨ ਕੀ ਕਰਦੀ ਆ, ਦੇਖੋ 2 ਇਲੈਕਟ੍ਰੋਨ ਇਹ ਲੂਜ਼ ਕਰਦੀ ਆ। ਸੋਡੀਅਮ ਨੇ ਗੇਨ ਕੀਤੇ ਸੀਗੇ, ਕਲੋਰੀਨ ਕੀ ਕਰਦੀ ਆ, ਲੂਜ਼ ਕਰਦੀ ਆ। ਤਾਂ ਕੀ ਬਣ ਜਾਂਦੀ ਆ, ਕਲੋਰੀਨ ਗੈਸ। ਤੇ ਕਲੋਰੀਨ ਗੈਸ ਆਪਾਂ ਨੂੰ ਪਤਾ ਉਹ ਹਵਾ ਦੇ ਵਿੱਚ ਜਿਹੜੀ ਹੈਗੀ ਆ ਬਬਲਸ ਬਣ ਕੇ ਬਾਹਰ ਚਲੀ ਜਾਂਦੀ ਹੈ। ਤਾਂ ਦੇਖੋ ਫਿਰ ਇੱਥੇ ਹੁਣ ਕੀ ਹੋਇਆ, ਸੋਡੀਅਮ ਅਲੱਗ ਨਹੀਂ ਹੋ ਗਿਆ, ਆਹ ਰੋਡ ਦੇ ਉੱਤੇ ਐਨੋਡ ਦੇ ਉੱਪਰ ਜਿਹੜਾ ਸੋਡੀਅਮ ਉਹ ਜੰਮਣਾ ਸ਼ੁਰੂ ਹੋ ਗਿਆ। ਤਾਂ ਜਿਹੜਾ ਸੋਡੀਅਮ ਹੈਗਾ ਉਹ ਪਿਓਰ ਫਾਰਮ ਦੇ ਵਿੱਚ ਇੱਥੇ ਕੀ ਹੋ ਜਾਂਦਾ, ਆਪਣੇ ਕੋਲੇ ਅਲੱਗ ਹੋ ਜਾਂਦਾ। ਇਸੇ ਤਰ੍ਹਾਂ ਹੀ ਆਪਾਂ ਮੈਗਨੀਸ਼ੀਅਮ ਹੋ ਗਿਆ, ਕੈਲਸ਼ੀਅਮ ਹੋ ਗਿਆ ਜਾਂ ਅਲਮੀਨੀਅਮ ਨੂੰ ਇਲੈਕਟ੍ਰੋਕੈਮੀਕਲ ਸੈੱਲ ਦੇ ਥਰੂ ਜਾਂ ਬਿਜਲਈ ਅਪਘਟਨ ਦੇ ਥਰੂ ਕੀ ਕਰ ਦਿੰਦੇ ਆ, ਸੈਪਰੇਟ ਕਰ ਲੈਂਦੇ ਆ। ਤਾਂ ਬੇਟਾ ਹੁਣ ਆਪਾਂ ਮੇਰੇ ਅਕੋਰਡਿੰਗ ਆਪਾਂ ਤਿੰਨਾਂ ਚੀਜ਼ਾਂ ਬਾਰੇ ਗੱਲ ਕਰ ਲਈ ਹੈ। ਕੱਚੀ ਧਾਤ ਲਈ ਸੀ, ਫਿਰ ਆਪਾਂ ਉਹਦਾ ਸੰਘਣਾਪਨ ਕੀਤਾ ਸੀਗਾ, ਫਿਰ ਉਦੋਂ ਬਾਅਦ ਜਿਹੜੀਆਂ ਸਭ ਤੋਂ ਉੱਪਰ ਮਤਲਬ ਜਿਨ੍ਹਾਂ ਦੀ ਕ੍ਰਿਆਸ਼ੀਲਤਾ ਬਹੁਤ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਫਿਰ ਆਪਾਂ ਕਿੱਦਾਂ ਬਣਾਇਆ ਸੀਗਾ, ਬਿਜਲਈ ਅਪਘਟਨ ਦੇ ਨਾਲ। ਤਾਂ ਉਦੋਂ ਬਾਅਦ 'ਚ ਆਪਣੇ ਕੋਲੇ ਸ਼ੁੱਧ ਧਾਤ ਮਿਲ ਗਈ ਸੀ। ਫਿਰ ਜਿਹੜੀ ਮੱਧ ਕ੍ਰਿਆਸ਼ੀਲਤਾ ਵਾਲੀਆਂ ਧਾਤਾਂ ਸੀਗੀਆਂ ਉਹਦੇ ਵਿੱਚ ਕਾਰਬੋਨੇਟ ਸੀਗਾ, ਸਲਫਾਈਡ ਸੀਗਾ। ਸਲਫਾਈਡ ਨੂੰ ਆਪਾਂ ਭੁੰਨਿਆ ਸੀਗਾ ਤੇ ਜਿਹੜਾ ਆਪਣੇ ਕੋਲੇ ਕਾਰਬੋਨੇਟ ਸੀਗਾ ਉਹਦਾ ਭਸਮੀਕਰਨ ਕੀਤਾ ਸੀਗਾ। ਤਾਂ ਉਹ ਫਿਰ ਧਾਤਾਂ ਦੀ ਆਕਸਾਈਡ ਬਣ ਗਈ ਸੀ। ਉਸ ਆਕਸਾਈਡ ਨੂੰ ਆਪਾਂ ਲਘੂਕਰਨ ਕਰਕੇ ਧਾਤਾਂ ਦਾ ਸ਼ੁੱਧੀਕਰਨ ਕੀਤਾ ਸੀਗਾ। ਤੇ ਫਿਰ ਜਿਹੜੀਆਂ ਸਭ ਤੋਂ ਨੀਚੇ ਪਈਆਂ ਉਹਨਾਂ ਨੂੰ ਸਿੰਪਲ ਆਪਾਂ ਗਰਮ ਕੀਤਾ ਸੀਗਾ। ਠੀਕ ਹੈ, ਗਰਮ ਕਰਨ ਤੇ ਹੀ ਆਪਣੇ ਕੋਲੇ ਉਹਨਾਂ ਦਾ ਕੀ ਹੋ ਗਿਆ ਸੀਗਾ, ਸ਼ੁੱਧੀਕਰਨ ਹੋ ਗਿਆ ਸੀਗਾ। ਇਹੀ ਤਰੀਕਾ ਬੇਟਾ ਆਪਣੇ ਕੋਲੇ ਆਪਾਂ ਕ੍ਰਿਆਸ਼ੀਲਤਾ ਲੜੀ ਦੇ ਵਿੱਚ ਜਿੰਨੀਆਂ ਧਾਤਾਂ ਸੀਗੀਆਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਸ਼ੁੱਧ ਰੂਪ ਦੇ ਵਿੱਚ ਲੈ ਸਕਦੇ ਹਾਂ। ਠੀਕ ਹੈ ਬੇਟਾ। ਧਾਤਾਂ ਦਾ ਨਿਸ਼ਕਰਸ਼ਣ ਕਰਨ ਤੋਂ ਬਾਅਦ ਵੀ ਜਿਹੜੀਆਂ ਧਾਤਾਂ ਹੁੰਦੀਆਂ ਉਹ 100% ਸ਼ੁੱਧ ਨਹੀਂ ਹੁੰਦੀਆਂ। ਉਹਨਾਂ ਨੂੰ ਸ਼ੁੱਧ ਕਰਨ ਵਾਸਤੇ ਆਪਾਂ ਧਾਤਾਂ ਦਾ ਸ਼ੁੱਧੀਕਰਨ ਕਰਦੇ ਹਾਂ, ਜਿਹਨੂੰ ਬਿਜਲਈ ਅਪਘਟਨ ਕਹਿੰਦੇ ਆ। ਕਿੱਦਾਂ ਕਰਦੇ ਆ ਬੇਟਾ ਉਹ? ਤਾਂ ਦੇਖੋ ਆਪਾਂ ਇੱਕ ਬੀਕਰ ਲਿਆ, ਬੀਕਰ ਦੇ ਵਿੱਚ ਆਪਾਂ ਕਾਪਰ ਸਲਫੇਟ ਲਿਆ। ਕਾਪਰ ਸਲਫੇਟ ਤੇ 2 ਇਲੈਕਟ੍ਰੋਡਸ ਲਾਈਆਂ ਹੋਈਆਂ। ਇੱਕ ਦੇ ਉੱਪਰ ਆਪਾਂ ਐਨੋਡ ਲਈ ਆ ਜਿਹਦੇ ਤੇ ਇੰਪਿਓਰ ਕਾਪਰ ਆ। ਜਦੋਂ ਆਪਾਂ ਉਹਨੂੰ ਪੋਜ਼ਿਟਿਵ ਨਾਲ ਅਟੈਚ ਕੀਤਾ ਹੋਇਆ ਤੇ ਜਿਹੜੀ ਨੈਗੇਟਿਵ ਸਾਈਡ ਤੇ ਹੈਗੀ ਉਹ ਆਪਣੇ ਕੋਲੇ ਦੇਖੋ ਪਿਓਰ ਕਾਪਰ ਲਿਖਿਆ ਹੋਇਆ। ਤਾਂ ਜਿਹੜਾ ਇਹਦੇ ਵਿੱਚ ਆਪਾਂ ਸੋਲਿਊਸ਼ਨ ਲਿਆ ਉਹ ਕਾਹਦਾ ਲਿਆ, ਕਾਪਰ ਸਲਫੇਟ ਦਾ। ਇਹਦੇ ਵਿੱਚ ਆਪਾਂ ਕਾਪਰ ਨੂੰ ਪਿਓਰ ਕਰਨ ਜਾ ਰਹੇ ਹਾਂ। ਤਾਂ ਹੁੰਦਾ ਕੀ ਆ, ਦੇਖੋ ਬੇਟਾ ਜਿਹੜੀ ਐਨੋਡ ਆ, ਐਨੋਡ ਤੋਂ ਕਾਪਰ ਦੇਖੋ ਉਹਦੇ ਆਇਨਸ ਕਿੱਧਰ ਜਾ ਰਹੇ ਆ, ਕੈਥੋਡ ਵੱਲ ਜਾ ਰਹੇ ਆ। ਤਾਂ ਕੀ ਕਰਦੇ ਆ, ਜਿਹੜੀ ਕਾਪਰ ਹੈਗੀ ਆ ਇੰਪਿਓਰ ਉਹ ਐਨੋਡ ਦੇ ਉੱਪਰੋਂ ਖੁਰਨਾ ਸ਼ੁਰੂ ਕਰ ਦਿੰਦੀ ਆ। ਖੁਰਨ ਤੋਂ ਬਾਅਦ ਉਹ ਕਿਹਦੇ ਉੱਪਰ ਜਾਣਾ ਸ਼ੁਰੂ ਕਰਦੀ ਆ, ਕੈਥੋਡ ਦੇ ਉੱਪਰ। ਦੇਖੋ ਕੈਥੋਡ ਦਾ ਸਾਈਜ਼ ਵਧਣ ਲੱਗ ਗਿਆ, ਤਾਂ ਜਿਹੜੀ ਐਨੋਡ ਸੀ ਉਹਦਾ ਸਾਈਜ਼ ਜਿਹੜਾ ਹੈਗਾ ਉਹ ਘਟਣ ਲੱਗ ਗਿਆ। ਤੇ ਨੀਚੇ ਦੇਖੋ ਤੁਸੀਂ ਐਨੋਡ ਮਡ ਜਿਹਨੂੰ ਆਪਾਂ ਕਹਿੰਦੇ ਆ, ਜਿਹਨੂੰ ਐਨੋਡ ਗਾਦ ਵੀ ਕਹਿ ਦਿੰਦੇ ਆ। ਤਾਂ ਇੱਥੇ ਕੀ ਹੋ ਰਿਹਾ, ਜਿਹੜੀਆਂ ਇੰਪਿਓਰਟੀਜ਼ ਬਚੀਆਂ ਸੀਗੀਆਂ ਉਹ ਸਾਰੀਆਂ ਥੱਲੇ ਇਕੱਠੀਆਂ ਹੋਣ ਲੱਗ ਗਈਆਂ ਐਨੋਡ ਤੇ, ਜਿਹਨੂੰ ਆਪਾਂ ਐਨੋਡ ਗਾਦ ਕਹਿ ਦਿੰਦੇ ਆ। ਤੇ ਜਿਹੜਾ ਆਪਣੇ ਕੋਲੇ ਸੀਗੀ ਕੈਥੋਡ ਉਹਦਾ ਸਾਈਜ਼ ਵੱਡਾ ਹੋਣ ਲੱਗ ਗਿਆ। ਤਾਂ ਬੱਚਿਓ ਜਿਹੜੀ ਧਾਤ ਇੱਥੇ ਆਪਾਂ ਨੂੰ ਪ੍ਰਾਪਤ ਹੁੰਦੀ ਹੈ ਕੈਥੋਡ ਦੇ ਉੱਪਰ, ਇਹ ਜਿਹੜੀ ਧਾਤ ਆ ਉਹ 100% ਸ਼ੁੱਧ ਹੁੰਦੀ ਹੈ। ਤਾਂ ਠੀਕ ਹੈ ਬੱਚਿਓ। ਤਾਂ ਬੱਚਿਓ ਇਸ ਤਰੀਕੇ ਦੇ ਨਾਲ ਆਪਾਂ ਧਾਤਾਂ ਦਾ ਸ਼ੁੱਧੀਕਰਨ ਕਰਦੇ ਹਾਂ। ਤੇ ਜਿਹੜੀ ਇੱਥੇ ਹੁਣ ਆਪਣੇ ਕੋਲੇ ਧਾਤ ਮਿਲਦੀ ਆ ਉਹ ਪੂਰੀ ਦੀ ਪੂਰੀ 100% ਜਿਹੜੀ ਹੁੰਦੀ ਆ ਸ਼ੁੱਧ ਧਾਤ ਮਿਲਦੀ ਹੈ। ਹਾਂਜੀ ਬੱਚਿਓ, ਅਗਲਾ ਟੌਪਿਕ ਹੈ ਆਪਣੇ ਕੋਲੇ ਖੋਰ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਕਰੋਜ਼ਨ। ਖੋਰ ਜਾਂ ਕਰੋਜ਼ਨ ਕੀ ਹੁੰਦੀ ਹੈ? ਬੇਟਾ ਇਹ ਇੱਕ ਜਦੋਂ ਕੋਈ ਵੀ ਧਾਤ ਹਵਾ ਦੀ ਮੌਜੂਦਗੀ ਦੇ ਵਿੱਚ ਜਾਂ ਹਵਾ ਦੇ ਵਿੱਚ ਜਿਹੜੀ ਨਮੀ ਆ ਦੋਵਾਂ ਦੀ ਮੌਜੂਦਗੀ ਦੇ ਵਿੱਚ ਪਈ ਰਵੇ ਤਾਂ ਉਹਦੇ ਉੱਪਰ ਇੱਕ ਨਵੀਂ ਪਰਤ ਬਣ ਜਾਂਦੀ ਹੈ। ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਕਰੋਜ਼ਨ, ਜਿਹੜੀ ਧਾਤ ਨੂੰ ਖਰਾਬ ਕਰ ਦਿੰਦੀ ਹੈ। ਤਾਂ ਤੁਸੀਂ ਜਿਹੜੀ ਸਭ ਤੋਂ ਪਹਿਲੀ ਡਾਇਗਰਾਮ ਦੇਖ ਰਹੇ ਹੋ ਉਹਦੇ ਵਿੱਚ ਮੈਂ ਸਿਲਵਰ ਦੇ ਚਮਚ ਲਏ ਹੋਏ ਆ। ਤਾਂ ਤੁਸੀਂ ਲਾਸਟ ਵਾਲਾ ਚਮਚ ਦੇਖੋ, ਉਹਦੇ ਉੱਤੇ ਇੱਕ ਕਾਲੇ ਰੰਗ ਦੀ ਪਰਤ ਜੰਮ ਚੁੱਕੀ ਹੈ। ਹੁਣ ਜਿਹੜਾ ਸਿਲਵਰ ਨੂੰ ਜੇ ਆਪਾਂ ਖੁੱਲਾ ਹਵਾ ਦੇ ਵਿੱਚ ਪਿਆ ਰਹਿਣ ਦੀ ਤਾਂ ਉਹ ਹਾਈਡਰੋਜਨ ਸਲਫਾਈਡ ਦੇ ਨਾਲ ਕਿਰਿਆ ਕਰਕੇ ਸਿਲਵਰ ਸਲਫਾਈਡ ਬਣ ਜਾਂਦਾ, ਜਿਹਦਾ ਰੰਗ ਕੀ ਹੋ ਜਾਂਦਾ, ਕਾਲਾ। ਤੇ ਤੁਸੀਂ ਸੈਕਿੰਡ ਜਿਹੜੀ ਡਾਇਗਰਾਮ ਦੇਖ ਰਹੇ ਹੋ, ਮੈਂ ਕਾਪਰ ਦੀ ਇੱਕ ਟਿਊਬ ਲਈ ਆ। ਦੇਖੋ ਉਹਦੇ ਉੱਪਰ ਇੱਕ ਗ੍ਰੀਨ ਕਲਰ ਦੀ ਲੇਅਰ ਜੰਮ ਚੁੱਕੀ ਹੈ। ਹੁਣ ਇਹ ਗ੍ਰੀਨ ਕਲਰ ਦੀ ਲੇਅਰ ਕਿੱਦਾਂ ਜੰਮਦੀ, ਜਦੋਂ ਕਾਪਰ ਕਾਰਬਨ ਡਾਈਆਕਸਾਈਡ ਤੇ ਨਮੀ ਦੇ ਕੰਟੈਕਟ ਦੇ ਵਿੱਚ ਆਉਂਦਾ ਤਾਂ ਇਹਦੇ ਉੱਪਰ ਇੱਕ ਪਰਤ ਜੰਮ ਜਾਂਦੀ ਆ। ਉਸ ਪਰਤ ਦਾ ਨਾਂ ਕੀ ਹੁੰਦਾ, ਕਾਪਰ ਕਾਰਬੋਨੇਟ। ਇਹ ਕਾਪਰ ਕਾਰਬੋਨੇਟ ਕਰਕੇ ਜਿਹਦੇ ਕਰਕੇ ਆ ਹਰੀ ਜਿਹੜੀ ਪਰਤ ਹੈਗੀ ਤੁਸੀਂ ਇਹਦੇ ਉੱਤੇ ਦੇਖ ਰਹੇ ਹੋ।
ਤੀਜਾ ਜਿਹੜਾ ਆਪਾਂ ਮੈਟਲ ਲਿਆ ਇਹਦੇ ਵਿੱਚ ਲੋਹਾ। ਇਹ ਤੁਸੀਂ ਆਪਾਂ ਬੇਟਾ ਆਮ ਹੀ ਦੇਖਦੇ ਹਾਂ, ਜੰਗਾਲ ਜਿਹੜਾ ਲੋਹੇ ਨੂੰ ਲੱਗ ਜਾਂਦਾ, ਤੇ ਆਪਾਂ ਆਮ ਹੀ ਦੇਖਦੇ ਹਾਂ ਜੇ ਆਪਣਾ ਲੋਹਾ ਹਵਾ ਦੇ ਵਿੱਚ ਜਾਂ ਉਹਨੂੰ ਨਮੀ ਜਿੱਥੇ ਜ਼ਿਆਦਾ ਉੱਥੇ ਪਿਆ ਰਵੇ ਤਾਂ ਉਹਦੇ ਉੱਪਰ ਜਿਹੜਾ ਹੈਗਾ ਵਾ ਜੰਗਾਲ, ਭੂਰੇ ਰੰਗ ਦਾ ਜੰਗਾਲ ਜਿਹੜਾ ਹੈਗਾ ਉਹ ਜੰਮਣਾ ਸ਼ੁਰੂ ਹੋ ਜਾਂਦਾ, ਜਿਹੜਾ ਉਸ ਮੈਟਲ ਜਾਂ ਉਸ ਧਾਤ ਨੂੰ ਕੀ ਕਰ ਦਿੰਦਾ, ਖਰਾਬ ਕਰਨਾ ਸ਼ੁਰੂ ਕਰ ਦਿੰਦਾ। ਤਾਂ ਇਹਦੇ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਹਨ। ਪਹਿਲੀ ਹਵਾ, ਮਤਲਬ ਜੇ ਤਾਂ ਇਹ ਹਵਾ ਦੇ ਕੰਟੈਕਟ ਦੇ ਵਿੱਚ ਹੋਣਗੇ। ਦੂਜਾ ਨਮੀ, ਜੇ ਨਮੀ ਹੋਊਗੀ ਤਾਂ ਫੇਰ ਹੀ ਜਿਹੜੀ ਆਪਣੀ ਧਾਤ ਆ ਉਹ ਖਰਾਬ ਹੁੰਦੀ ਆ, ਫੇਰ ਹੀ ਉਹਦੇ ਉੱਪਰ ਖੋਰ ਜੰਮਦੀ ਹੈ। ਤੇ ਜੇ ਉਹ ਆਪਾਂ ਕਿਸੇ ਇੱਕ ਵੀ ਚੀਜ਼ ਉਹਨੂੰ ਨਹੀਂ ਮਿਲਦੀ, ਚਾਹੇ ਉਹਨੂੰ ਨਮੀ ਨਾ ਮਿਲੇ ਜਾਂ ਉਹਨੂੰ ਹਵਾ ਦੇ ਕੰਟੈਕਟ 'ਚ ਨਾ ਰੱਖੀਏ, ਤਾਂ ਜਿਹੜਾ ਆਪਣਾ ਸਰਫੇਸ ਆ, ਧਾਤ ਦਾ ਜਿਹੜਾ ਸਰਫੇਸ ਆ ਉਹ ਖਰਾਬ ਨਹੀਂ ਹੁੰਦਾ। ਇਹ ਦੋਨੋਂ ਜ਼ਰੂਰੀ ਚੀਜ਼ਾਂ ਜਿਹਦੇ ਕਰਕੇ ਜਿਹੜੀ ਖੋਰ ਆ ਜਾਂ ਜਿਹਨੂੰ ਆਪਾਂ ਕਹਿ ਦਿੰਦੇ ਕਰੋਜ਼ਨ, ਉਹ ਆਪਣੀਆਂ ਧਾਤਾਂ ਦੇ ਉੱਪਰ ਜੰਮਦੀ ਹੈ। ਹਾਂਜੀ ਬੱਚਿਓ, ਅੱਗੇ ਆਪਾਂ ਖੋਰ ਤੋਂ ਸੁਰੱਖਿਆ, ਪ੍ਰੀਵੈਂਸ਼ਨ ਆਫ ਕਰੋਜ਼ਨ, ਮਤਲਬ ਕਰੋਜ਼ਨ ਤੋਂ ਆਪਾਂ ਕਿਵੇਂ ਪ੍ਰੀਵੈਂਟ ਕਰ ਸਕਦੇ ਹਾਂ ਆਪਣੀਆਂ ਧਾਤਾਂ ਨੂੰ। ਤਾਂ ਜਿਵੇਂ ਤੁਸੀਂ ਪਹਿਲੀ ਫੋਟੋ ਦੇ ਵਿੱਚ ਦੇਖ ਰਹੇ ਹੋ, ਤਾਂ ਉਹ ਬੰਦਾ ਕੀ ਕਰਦਾ ਪਿਆ, ਪੇਂਟ। ਹਾਂਜੀ, ਪੇਂਟ ਕਰਕੇ। ਤੁਸੀਂ ਆਪਾਂ ਆਮ ਘਰਾਂ ਦੇ ਵਿੱਚ ਵੀ ਦੇਖਦੇ ਹਾਂ ਵੀ ਕਿਸੇ ਚੀਜ਼ ਨੂੰ ਜੰਗਾਲ ਨਾ ਲੱਗੇ, ਲੋਹੇ ਦੀ ਚੀਜ਼ ਨੂੰ, ਤਾਂ ਆਪਾਂ ਉਹਦੇ ਉੱਪਰ ਕੀ ਕਰ ਦਿੰਦੇ ਹਾਂ, ਪੇਂਟ ਕਰ ਦਿੰਦੇ ਹਾਂ। ਉਹ ਪੇਂਟ ਕਰਨ ਨਾਲ ਜਾਂ ਉਹਦੇ ਉੱਤੇ ਗਰੀਸ ਕਰ ਦਿਓ, ਠੀਕ ਹੈ, ਉਹ ਕੀ ਹੁੰਦਾ, ਉਹ ਇੱਕ ਫਿਲਮ ਬਣ ਜਾਂਦੀ ਹੈ ਉਹਦੇ ਉੱਤੇ ਪੇਂਟ ਦੀ ਜਾਂ ਗਰੀਸ ਦੀ, ਜਿਹਦੇ ਕਰਕੇ ਉਹਨੂੰ ਜੰਗਾਲ ਨਹੀਂ ਲੱਗਦਾ ਜਾਂ ਉਹਦੇ ਉੱਤੇ ਖੋਰ ਨਹੀਂ ਜੰਮਦੀ। ਅਗਲਾ ਜਿਹੜਾ ਆਪਣੇ ਕੋਲੇ ਮੈਥਡ ਹੈਗਾ, ਜਿਹਨੂੰ ਆਪਾਂ ਗੈਲਵੀਨੀਕਰਨ ਵੀ ਕਹਿ ਦਿੰਦੇ ਆ ਜਾਂ ਇੰਗਲਿਸ਼ ਵਿੱਚ ਕਹਿੰਦੇ ਆ ਗੈਲਵੀਨਾਈਜੇਸ਼ਨ। ਤਾਂ ਉਹ 'ਚ ਕੀ ਹੁੰਦਾ, ਆਪਾਂ ਲੋਹੇ ਦੇ ਉੱਪਰ ਜਾਂ ਕਿਸੇ ਧਾਤ ਦੇ ਉੱਪਰ ਜ਼ਿੰਕ ਦੀ ਕੋਟਿੰਗ ਕਰ ਦਿੰਦੇ ਆ। ਉਹ ਜ਼ਿੰਕ ਕੀ ਕਰਦਾ, ਜ਼ਿੰਕ ਆਪ ਤਾਂ ਖਰਾਬ ਹੋ ਜਾਂਦਾ, ਪਰ ਜਿਹੜਾ ਉਹਦੇ ਥੱਲੇ ਮੈਟਲ ਪਿਆ ਜਿਹਦੇ ਉੱਤੇ ਆਪਾਂ ਕੋਟਿੰਗ ਕੀਤੀ ਸੀ ਮੈਟਲ, ਉਹ ਮੈਟਲ ਨੂੰ ਖਰਾਬ ਹੋਣ ਨਹੀਂ ਦਿੰਦਾ। ਤਾਂ ਇਹਦੇ ਵਿੱਚ ਕੀ ਆ, ਆਪਾਂ ਦੂਜੇ ਦਾ ਸੈਕਰੀਫਾਈਸ ਕਰ ਦਿੰਦੇ ਆ, ਜ਼ਿੰਕ ਦਾ ਸੈਕਰੀਫਾਈਸ ਕਰ ਦਿੰਦੇ ਆ ਆਪਾਂ, ਵੀ ਤਾਂ ਕਰਕੇ ਜਿਹੜਾ ਆਪਣਾ ਉਹਦੇ ਨਾਲ ਮੈਟਲ, ਜਿਹੜਾ ਆਪਾਂ ਮੈਟਲ ਵਧੀਆ, ਉਹ ਖਰਾਬ ਨਾ ਹੋਵੇ। ਤਾਂ ਤੀਜਾ ਇਹਦੇ ਵਿੱਚ ਹੈਗਾ ਅਲੋਏ ਫਾਰਮੇਸ਼ਨ, ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਆ ਮਿਸ਼ਰਤ ਧਾਤ, ਜਾਂ ਇਹਨੂੰ ਅਲਾਏ ਕਹਿ ਦਿੰਦੇ ਆ ਆਪਾਂ। ਮਿਸ਼ਰਤ ਧਾਤ ਬਣਾਉਣ ਦੇ ਨਾਲ ਵੀ ਆਪਾਂ ਜਿਹੜੀ ਹੈਗੀ ਆ ਖੋਰ ਤੋਂ ਸੁਰੱਖਿਆ ਕਰ ਸਕਦੇ ਹਾਂ। ਹੁਣ ਅਲੋਏ ਹੁੰਦਾ ਕੀ ਆ, ਤਾਂ ਮੈਂ ਇਹਦੀ ਡੈਫੀਨੇਸ਼ਨ ਦੱਸਣ ਜਾ ਰਿਹਾ, ਬੜਾ ਧਿਆਨ ਨਾਲ ਸੁਣਿਓ। ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਧਾਤਾਂ ਅਤੇ ਅਧਾਤਾਂ ਦੇ ਸਮਅੰਗੀ ਮਿਸ਼ਰਣ ਨੂੰ ਆਪਾਂ ਕੀ ਕਹਿੰਦੇ ਆ, ਮਿਸ਼ਰਿਤ ਧਾਤ, ਜਾਂ ਕੀ ਕਹਿ ਦਿੰਦੇ ਆ, ਅਲਾਏ। ਹੁਣ ਜਿਹੜੇ ਇਹ ਅਲਾਏ ਹੁੰਦੇ ਆ, ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਉਹ ਧਾਤਾਂ ਨਾਲੋਂ ਬਿਲਕੁਲ ਹੀ ਵੱਖ ਹੋ ਜਾਂਦੀਆਂ। ਜੇ ਅਲਾਏ, ਹੁਣ ਜਿਵੇਂ ਤੁਸੀਂ ਤੀਜੀ ਡਾਇਗਰਾਮ ਦੇਖ ਲਏ ਹੋ, ਠੀਕ ਹੈ, ਜੋ ਲੋਹੇ ਦਾ ਆਪਾਂ ਲਿਆ ਸੀਗਾ ਕਾਬਲਾ, ਤਾਂ ਉਹਨੂੰ ਜੰਗਾਲ ਲੱਗ ਚੁੱਕਿਆ। ਜੇ ਆਪਾਂ ਅਲਾਏ ਦੀ ਗੱਲ ਕਰੀਏ, ਜਿਵੇਂ ਸਟੀਲ, ਸਟੀਲ ਕੀ ਹੈ, ਸਟੀਲ ਇੱਕ ਅਲਾਏ ਆ, ਤਾਂ ਉਹ ਸਟੀਲ ਨੂੰ ਜਿਹੜੇ ਹੈਗਾ ਜੰਗਾਲ ਨਹੀਂ ਲੱਗਦਾ। ਹਾਂਜੀ ਪਿਆਰੇ ਬੱਚਿਓ, ਜਿਵੇਂ ਤੁਸੀਂ ਜਾਣਦੇ ਹੀ ਹੋ ਪੰਜਾਬ ਅਚੀਵਮੈਂਟ ਸਰਵੇ ਬਾਰੇ, ਜੋ ਕਿ ਲਰਨਿੰਗ ਆਊਟਕਮ, ਸਿੱਖਣ ਪਰਿਣਾਮ 'ਤੇ ਆਧਾਰਿਤ ਹੈ, ਜੋ ਕਿ ਸਾਰੇ ਬੱਚਿਆਂ ਦਾ ਹੀ ਹੋਣਾ ਹੈ। ਬੇਟਾ ਇਹਦੇ ਵਿੱਚ ਜਿਹੜਾ ਇਹ ਸਰਵੇ ਹੈ, ਇਹਦੀ ਤਿਆਰੀ ਹੁਣ ਆਪਾਂ ਕਿਵੇਂ ਕਰਨੀ ਹੈ। ਜਿਵੇਂ ਆਪਾਂ TV 'ਤੇ ਆਪਣੇ ਲੈਕਚਰਸ ਆ ਰਹੇ ਹਨ, ਠੀਕ ਹੈ, ਉਹਦੇ ਜਿਹੜੀ ਆਪਣੀ ਅਸਾਈਨਮੈਂਟ ਆਉਂਦੀ ਹੈ, ਉਹੀ ਆਪਣੇ ਲਈ ਬੈਸਟ ਤਰੀਕਾ ਹੈ। ਪੰਜਾਬ ਐਜੂਕੇਅਰ ਐਪ ਵੀ ਹੈਗੀ ਆਪਣੇ ਕੋਲੇ, ਉਸ ਤੋਂ ਵੀ ਆਪਾਂ ਤਿਆਰੀ ਕਰ ਸਕਦੇ ਹਾਂ। ਐਂਡ ਲਾਸਟ 'ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਫਾਈਨਲ ਟੈਸਟ ਆ ਉਹ 11 ਨਵੰਬਰ 2020 ਨੂੰ ਹੋਣਾ ਹੈ, ਤਾਂ ਆਪਾਂ ਨੂੰ ਉਹਦੇ ਲਈ ਪੂਰੀ ਤਿਆਰੀ ਕਰਨੀ ਹੈ। ਸੋ ਬੇਟਾ ਮੈਂ ਉਮੀਦ ਕਰਦਾ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ। ਥੈਂਕ ਯੂ।